ਸਿੱਖ ਰਹੇ ਹਾਂ ਪਰਦੇ ਦੇ ਵਿਸ਼ੇ ਵਿੱਚ, ਜਿਹੜਾ ਮਿਲਾਪਤੀ ਤੰਬੂ ਦੇ ਵਿੱਚ ਪਵਿੱਤਰ ਸਥਾਨ ਔਰ ਅਤੀ ਪਵਿੱਤਰ ਸਥਾਨ ਦੇ ਦਰਮਿਆਨ ਹੈ। ਹਾਲੇਲੂਇਆ ਹਾਲੇਲੂਇਆ। ਔਰ ਉਹਦੇ ਵਿੱਚ ਆਪਾਂ ਪਰਦੇ ਨੂੰ ਦੇਖ ਰਹੇ ਸੀਗੇ ਕਿ ਪਰਦਾ ਕਿਵੇਂ ਬਣਿਆ। ਔਰ ਉਹਦੇ ਵਿੱਚ ਇੱਕ ਗੱਲ ਨੂੰ ਆਪਾਂ ਦੇਖ ਰਹੇ ਸੀ ਕਿ ਪਰਦੇ ਦੇ ਵਿੱਚ ਜਿਹੜੇ ਰੰਗ ਆ ਉਹ ਰੰਗ ਸੀਗੇ ਨੀਲਾ ਰੰਗ, ਹਾਲੇਲੂਇਆ, ਔਰ बैंगनी रंग, और उस बाद लाल रंग और सफेद रंग। सो नीले रंग ਨੂੰ ਅਸੀਂ ਦੇਖਿਆ ਕਿ ਈਸ਼ਵਰੀ ਪ੍ਰੇਮ ਦਾ ਪ੍ਰਤੀਕ ਆ, ਔਰ ਈਸ਼ਵਰੀ ਪ੍ਰੇਮ ਨੂੰ ਆਪਾਂ ਕਿਸ ਪ੍ਰਕਾਰ ਇੱਕ ਸਾਡੇ ਜੀਵਨ 'ਚ ਈਸ਼ਵਰੀ ਪ੍ਰੇਮ ਦਾ ਵਜੂਦ ਬਣਨਾ ਉਹਨੂੰ ਆਪਾਂ ਦੇਖਿਆ ਪੂਰੀ ਤਰ੍ਹਾਂ। ਔਰ ਉਸ ਤੋਂ ਬਾਅਦ ਆਪਾਂ ਸ਼ੁਰੂ ਕੀਤਾ ਸੀਗਾ ਦੂਸਰਾ ਰੰਗ बैंगनी, ਔਰ बैंगनी रंग ਜਿਹੜਾ ਈਸ਼ਵਰੀ ਮਹਿਮਾ ਨੂੰ ਦਿਖਾਉਂਦਾ। नीला रंग ईश्वरीय प्रेम नो और बैंगनी रंग ईश्वरीय महिमा जहाँ प्रभु यीशु मसीह राजा है। हालेलुया। सो जे राजा है तो देखो महिमा है, और देखो प्रताप है, और देखो वैभव है ना। हालेलुया। सो वो किस प्रकार है और सानू भी उन्हें की चुने कादली चुने राजियां दा जिहड़ा समाज है, राजकां दा समाज है। हालेलुया। सानू भी राजे होने ਲਈ चुनिया। सो ये रंग ਇਹਦਾ मतलब ਆ ਸਾਡੇ ਵਿੱਚ ਵੀ ਕੀ ਕੀਤਾ ਜਾਂਦਾ ਆ, ਪਾਇਆ ਜਾਂਦਾ ਹੈ। हालेलुया। थोड़े इधर हो जाओ बबली मैडम, इधर हो जाओ, थोड़ा जगह बैठ तसल्ली में बैठ जाओ, खुली डुली जगह है। थल्ले फर्श ठंडा है ना, तां करके फर्श ते ना बैठो। हालेलुया। सो महिमा ਸਾਡੇ ਲਈ ਵੀ ਖੁਦਾ ਨੇ ਸਾਡੇ ਵਿੱਚ ਵੀ ਇਹ ਜਿਹੜੇ ਚੀਜ਼ ਆ ਉਹ ਰੱਖਣੀ, ਜਿੱਦਾਂ ਯਿਸੂ 'ਚ ਪਾਈ ਗਈ ਆ ਸਾਡੇ ਵਿੱਚ ਵੀ ਇਹ ਪਾਈ ਜਾਣੀ ਆ। ਖੁਦਾ ਦਾ ਪਲਾਨ ਹੈ। ਹਾਲੇਲੂਇਆ। ਜੋ ਸੁਭਾਅ ਯਿਸੂ ਵਿੱਚ ਪਾਇਆ ਜਾਂਦਾ, ਖੁਦਾ ਨੇ ਆਪਣਾ ਸੁਭਾਅ ਯਿਸੂ ਵਿੱਚੋਂ ਦੀ ਪ੍ਰਗਟ ਕੀਤਾ, ਔਰ ਉਹ ਸੁਭਾਅ ਸਾਡੇ ਵਿੱਚ ਵੀ ਪਾਇਆ ਜਾਣਾ ਹੈ। ਹਾਲੇਲੂਇਆ। ਸੋ ਅਸੀਂ ਫਿਰ ਇਹ ਇਸ ਲਈ ਸਿੱਖ ਰਹੇ ਹਾਂ ਕਿ ਸਾਡੇ ਵਿੱਚ ਇਹ ਕਿੱਦਾਂ ਆਵੇ। ਹਜੇ ਅਸੀਂ ਖੁਦਾ ਦੇ ਈਸ਼ਵਰੀਏ ਜਿਹੜਾ ਮਹਿਮਾ ਨੂੰ ਦੇਖ ਰਹੇ ਹਾਂ, ਔਰ ਫਿਰ ਨਾਲ ਹੀ ਇਹਦੇ ਵਿੱਚ ਇੱਕ ਹਿੱਸੇ ਨੂੰ ਦੇਖਾਂਗੇ ਅਸੀਂ ਉਸ ਮਹਿਮਾ ਨੂੰ ਕਿੱਦਾਂ ਪ੍ਰਾਪਤ ਕਰਨਾ ਹੈ। ਹਾਲੇਲੂਇਆ। ਯਾਨੀ ਕਿ ਅਸੀਂ ਇਸ बैंगनी ਕਲਰ ਨੂੰ ਕਿੱਦਾਂ ਆਪਣੇ ਵਿੱਚ ਲੈਣਾ ਹੈ। ਹਾਲੇਲੂਇਆ। ਇੱਥੇ ਬੈਠੋ। ਹਾਲੇਲੂਇਆ। ਸੋ ਇਹਦੇ ਵਿੱਚ ਆਪਾਂ ਸ਼ੁਰੂਆਤ ਇੱਥੋਂ ਕੀਤੀ ਆ। ਜੋ ਮੈਨੂੰ ਪ੍ਰੇਰਨਾ ਹੋਈ ਉਹ ਸੀ ਕਿ ਜਬੂਰ 19 ਉਹਦੀ ਇੱਕ ਆਇਤ ਕਿ ਆਕਾਸ਼ ਪਰਮੇਸ਼ਰ ਦੀ ਮਹਿਮਾ ਦਾ ਵਰਣਨ ਕਰਦੇ। ਹਾਲੇਲੂਇਆ। ਇਹ ਕਿਉਂ ਮਹਿਮਾ ਦਾ ਵਰਣਨ ਕਰਦੇ ਆ? ਕਿਉਂਕਿ ਜਬੂਰ 24 ਉਹਦੀ 7-10 ਵਿੱਚ ਲਿਖਿਆ ਸੀ ਕਿ ਪਰਮੇਸ਼ਰ ਜਿਹੜਾ ਆ ਉਹ ਜਲਾਲ ਦਾ ਬਾਦਸ਼ਾਹ ਆ। ਹਾਲੇਲੂਇਆ। ਇਸ ਲਈ ਆਕਾਸ਼ ਕੀ ਕਰਦੇ ਆ? ਉਹਦੀ ਮਹਿਮਾ। ਕਿਉਂਕਿ ਆਕਾਸ਼ ਵੀ ਉਹਦੀ ਰਚਨਾ ਦੇ ਵਿੱਚ ਆ। ਜਦੋਂ ਉਹ ਰਚਨਾ ਉਹਦੇ ਪ੍ਰਤਾਪ ਨੂੰ ਦੇਖਦੀ ਤੇ ਪ੍ਰਤਾਪ ਦਾ ਕੀ ਕਰਦੀ ਆ? ਵਰਣਨ ਕਰਦੀ ਆ। ਫਿਰ ਆਪਾਂ ਦੇਖਿਆ ਸੀਗਾ ਜਬੂਰ 84:11 ਦੇ ਵਿੱਚ ਕਿ ਪਰਮੇਸ਼ਰ ਜਿਹੜਾ ਆ ਉਹ ਅਨੁਗ੍ਰਹਿ ਕਰਦਾ ਆ ਨਾ, ਅਨੁਗ੍ਰਹਿ ਤੇ ਦਇਆ ਕਰਦਾ ਆ। ਹਾਲੇਲੂਇਆ। ਹਾਂ। ਔਰ ਇਹਦੇ ਵਿੱਚ ਤੁਸੀਂ ਕੀ ਲਿਖਿਆ ਸੀਗਾ? ਸੂਰਜ ਤੇ ਸੂਰਜ ਪਰਮੇਸ਼ਰ ਕੀ ਹੈ? ਇੱਕ ਸੂਰਜ ਆ ਔਰ ਇੱਕ ਢਾਲ ਆ, ਤੇ ਉਹ ਅਨੁਗ੍ਰਹਿ ਕਰੇਗਾ, ਹਨਾ। ਹਾਲੇਲੂਇਆ। ਅਨੁਗ੍ਰਹਿ ਦੇਵੇਗਾ, ਕਿਰਪਾ ਦੇਵੇਗਾ। ਉਹ ਸੂਰਜ ਵੀ ਆ ਔਰ ਇੱਕ ਢਾਲ ਵੀ ਆ। ਇਹਦਾ ਮਤਲਬ ਉਹਨੇ ਆਪਣੇ ਜਲਾਲ ਨੂੰ ਕਿਸ ਪ੍ਰਕਾਰ ਨਾਲ ਪ੍ਰਦਰਸ਼ਿਤ ਕੀਤਾ ਹੈ? ਸੂਰਜ ਦੀ ਤਰ੍ਹਾਂ। ਤੇ ਜੇ ਉਹ ਸੂਰਜ ਆ ਤੇ ਫਿਰ ਜੇ ਉਹਨੂੰ ਮਹਿਮਾ ਦੇ ਰੂਪ ਦੇ ਵਿੱਚ ਦੇਖੀਏ ਤਾਂ ਸਾਰਾ ਕੁਝ ਉਹਦੇ ਕੋਲ ਕੀ ਆ? ਮਹਿਮਾਮਈ ਆ, ਜਲਾਲ ਦੇ ਨਾਲ ਭਰਿਆ ਪਿਆ, ਨੂਰ ਦੇ ਨਾਲ ਭਰਿਆ ਪਿਆ। ਇਹਦਾ ਮਤਲਬ ਢਾਲ ਵੀ ਉਹਦੇ ਕੋਲ ਕਿਹੜੀ ਆ? ਫਿਰ ਅੱਗ ਦੀ। ਹਾਲੇਲੂਇਆ। ਸੋ ਸਾਨੂੰ ਇਸ ਢਾਲ ਦੇ ਵਿੱਚੋਂ ਰੱਖ ਲੈਣਾ ਚਾਹੁੰਦਾ ਆ, ਸਾਨੂੰ ਇਹਦਾ ਘੇਰਾ ਦੇ ਦੇਣਾ ਚਾਹੁੰਦਾ ਆ, ਪਰ ਉਹਦੇ ਲਈ ਉਹ ਕੀ ਕਰਦਾ ਆ? ਸਾਨੂੰ ਇਦਾਂ ਹੀ ਉਹ ਆਪਣੀ ਅੱਗ ਦੇਵੇ, ਜੇ ਇਦਾਂ ਹੀ ਆਪਣੀ ਮਹਿਮਾ ਦੇਵੇ ਤੇ ਅਸੀਂ ਸੜ ਜਾਵਾਂਗੇ। ਹਾਲੇਲੂਇਆ। ਕਹਿੰਦੇ ਉਹਦਾ ਤਾਂ ਸਾਡਾ ਤਾਂ ਨਜ਼ਦੀਕ ਵੀ ਛੱਡੋ, ਕਹਿੰਦੇ ਉਹਨੂੰ ਦੇਖ ਕੇ ਕੋਈ ਜੀਂਦਾ ਰਹਿ ਸਕਦਾ ਨਹੀਂ। ਸੋ ਅਸੀਂ ਉਹਨੂੰ ਦੇਖ ਕੇ ਜੀਂਦੇ ਰਹਿ ਸਕੀਏ, ਇਸ ਲਈ ਖੁਦਾ ਨੇ ਸਾਨੂੰ ਆਪਣੇ ਅਨੁਗ੍ਰਹਿ ਦੇ ਕਵਚ ਦੇ ਨਾਲ ਕੀ ਕਰਤਾ ਹੈ? ਢੱਕ ਦਿੱਤਾ। ਫਿਰ ਸਾਡੇ ਅੱਗੇ ਢਾਲ ਬਣਿਆ। ਹਾਲੇਲੂਇਆ। ਹਾਲੇਲੂਇਆ। ਸੋ ਉਸ ਤੋਂ ਬਾਅਦ ਆਪਾਂ ਵਚਨ ਚੋਂ ਦੇਖ ਰਹੇ ਸੀਗੇ ਕਿ
ਜਬੂਰ 48 11 ਪੜਿਆ ਸੀ। ਅਗਲੀ ਆਇਤ ਕਿਹੜੀ ਸੀ? ਹਲਕਾ ਜਿਹਾ ਟੱਚ ਦੇ ਦੀ 29 ਦੀ 3 29 ਦੀ। ਹਾਂ, ਕੀ ਲਿਖਿਆ ਸੀ ਉਹਦਾ ਹਿੰਟ? ਯਹੋਵਾ ਜਲਾਲੀਆ। ਹਾਂ, ਔਰ ਉਸ ਤੋਂ ਬਾਅਦ ਕੌਤਾਂ 4 ਦੀ 9। ਹਾਂ, ਕੀ ਸੀਗਾ ਉਹਦਾ ਹਿੰਟ? ਸਾਡੇ ਲਈ ਖੁਦਾ ਨੇ ਸ਼ੋਭਾਮਾਨ ਮੁਕਤ ਰੱਖਿਆ। ਹਾਂ, ਮੁਕਟ ਰੱਖਿਆ ਹੈ। ਅੱਗਿਓਂ ਅਗਲੀ ਆਇਤ ਹਿਜ਼ਕੀਏਲ 20 ਦੀ ਹਿਜਕੀਏਲ 20 ਦੀ 6। ਹਾਂ, 15 6 ਤੇ 15। ਹਾਂ, ਕੀ ਸੀਗਾ ਇਹਦੇ ਵਿੱਚ? ਸਾਡੇ ਲਈ ਦੇਸ਼ ਦੀ ਜਲਾਲੀ ਰੱਖਿਆ ਹੈ। ਹਾਂ, ਜੋ ਉਸਦੇ ਲਾਇਕ ਆਪਣੇ ਆਪ ਨੂੰ ਬਣਾਉਣਗੇ ਉਹਨੂੰ ਹੀ ਮਿਲੇਗਾ ਨਾ। ਫਿਰ ਦੈਨੀਅਲ ਸੀਗਾ 7:14। ਡੈਨੀਅਲ 7 ਦੀ 14 7:14। ਹਾਂ, ਤੇ ਮਸੀਹ ਜਿਹੜਾ ਆ ਉਹਦੇ ਕੋ ਕੀ ਕੁਛ ਆ? ਪ੍ਰਤਾਪ ਆ, ਰਾਜ ਆ ਔਰ ਰਾਜ, ਮਹਿਮਾ, ਪ੍ਰਤਾਪ ਔਰ ਰਾਜ ਉਹਦੇ ਕੋਲ ਆ। ਹਾਲੇਲੂਇਆ। ਹਾਲੇਲੂਇਆ। ਉਸ ਤੋਂ ਬਾਅਦ ਆਪਾਂ ਦੇਖਿਆ ਮਤੀ 16 ਦੀ 27 ਹੈ ਨਾ। ਪਿਤਾ ਦੀ ਮਹਿਮਾ ਦੇ ਵਿੱਚੋਂ ਆ ਰਿਹਾ ਹੈ ਨਾ। ਔਰ ਅੱਗੇ ਹੈਗਾ ਆ ਮਰਕਸ 8 ਦੀ 38। ਉਹ ਵੀ ਇਸੇ ਹਿੰਟ ਦੇ ਨਾਲ ਸੀਗੀ। ਫਿਰ ਉਸ ਤੋਂ ਬਾਅਦ ਦੇਖਿਆ ਮੱਤੀ 19 ਦੀ 28 ਹੈ ਨਾ। ਮਹਿਮਾ ਦੇ ਸਿੰਘਾਸਨ ਤੇ ਕੀ ਹੋ ਗਿਆ? ਵਿਰਾਜਮਾਨ ਹੋ ਗਿਆ। ਫਿਰ 25 ਦੀ 31 ਚ ਵੀ ਇਹੀ ਗੱਲ ਸੀਗੀ। ਔਰ ਉਸ ਤੋਂ ਬਾਅਦ ਮੱਤੀ 20 ਦੀ 30 ਐਤ ਪੜੀ 24 ਦੀ 30। ਹਾਂ, ਪੁੱਤਰ ਨੂੰ ਵੱਡੀ ਮਹਿਮਾ ਨਾਲ ਹੁੰਦੇ ਹਾਂ, ਪੁੱਤਰ ਨੂੰ ਕੀ ਕਰਨਗੇ? ਵੱਡੀ ਮਹਿਮਾ ਦੇ ਨਾਲ ਆਉਂਦਿਆਂ ਨੂੰ। ਹਾਲੇਲੂਇਆ। ਇਹਦਾ ਮਤਲਬ ਉੱਥੇ ਆਪਾਂ ਦੇਖੇ ਪੁੱਤਰ ਨੂੰ ਵੱਡੀ ਮਹਿਮਾ ਦੇ ਨਾਲ ਆਉਂਦੇ ਦੇਖਣਗੇ। ਇਹਦਾ ਮਤਲਬ ਕੀ ਆ? ਅਸੀਂ ਪੁੱਤਰ ਦੇ ਨਾਲ ਹੀ ਹੋਵਾਂਗੇ। ਹਾਲੇਲੂਇਆ। ਸੋ ਸਾਨੂੰ ਇਦਾਂ ਦੇ ਮਹਿਮਾ ਮਾਨ ਬਣਾ ਕੇ ਹੀ ਇੱਥੋਂ ਉਠਾਉਣਾ ਚਾਹੁੰਦਾ ਆ, ਤਾਂ ਕਿ ਉਸ ਮਹਿਮਾ ਦੇ ਨਾਲ ਕੀ ਕਰੇ? ਪ੍ਰਭੂ ਇਸ ਜਗ੍ਹਾ ਤੇ ਆਵੇ। ਹਾਲੇਲੂਇਆ। ਉਸ ਤੋਂ ਬਾਅਦ ਮੱਤੀ 25 31। ਨਹੀਂ। ਹਾਂ, ਪੜ੍ਹ ਲਓ। मत्ती 25 और 31 है। जब मनुष्य का पुत्र अपनी महिमा में आएगा हाँ, और सब स्वर्गदूत उसके साथ आएंगे, हाँ, तो वह अपनी महिमा के सिंहासन पर विराजमान होगा। हाँ, महिमा के सिंहासन पे विराजमान होगा। ठीक है। मत्ती 4 और 8 है। महिमा ਦੇ ਨਾਲ ਤਾਲੁਕ ਰੱਖਦੇ ਕੁਝ ਵਚਨ ਆਪਾਂ ਪੜ ਰਹੇ ਹਾਂ, ਜਿਹਦੇ ਵਿੱਚੋਂ ਆਪਾਂ ਉਹ ਹੱਡੀਆਂ ਲੱਭ ਰਹੇ ਹਾਂ, ਉਹ ਤਾਂ ਕਿ ਢਾਂਚਾ ਇੱਕ ਸਾਡੇ ਸਾਹਮਣੇ, ਇੱਕ ਵਜੂਦ ਸਾਡੇ ਸਾਹਮਣੇ ਆ ਜਾਏ। ਹਾਂਜੀ। फिर शैतान ने उसे एक बहुत ऊंचे पहाड़ पर ले गया हाँ, और सारे जगत के राज्य और उसका वैभव दिखाकर हाँ, उससे कहा कि यदि तू गिरकर मुझे प्रणाम करे हाँ, तो मैं ये सब कुछ तुझे दे दूंगा। ਹਾਂ, ਸਾਰੇ ਜਗਤ ਦਾ ਵੈਭਵ ਜਿਹੜਾ ਸੀਗਾ ਉਹਨੇ ਸ਼ੈਤਾਨ ਨੇ ਕਿਹਨੂੰ ਦਿਖਾਤਾ? ਯਿਸੂ ਮਸੀਹ। ਹਾਲੇਲੂਇਆ। ਤੇ ਯਿਸੂ ਮਸੀਹ ਨੂੰ ਕਹਿੰਦਾ ਜੇਕਰ ਕੋਈ ਝੁੱਕ ਕੇ ਤੂੰ ਮੇਰੇ ਅੱਗੇ ਝੁਕੇ ਤੇ ਮੈਂ ਤੈਨੂੰ ਸਾਰਾ ਦੇ ਦੂੰ। ਹਾਲੇਲੂਇਆ। ਯਿਸੂ ਮਸੀਹ ਨੂੰ ਪਤਾ ਆ ਕਿ ਇਹ ਜਿਹੜੀ ਜਗਤ ਦੀ ਮਹਿਮਾ ਆ ਇਹ ਜ਼ਿਆਦਾ ਸਮਾਂ ਰਹਿਣ ਵਾਲੀ ਨਹੀਂ, ਇਹ ਨਾਸ਼ਵਾਨ ਮਹਿਮਾ। ਹਾਲੇਲੂਇਆ। ਸੋ ਸਾਡੇ ਲਈ ਹੁਣ ਜ਼ਿੰਮੇਵਾਰੀ ਕੀ ਆ? ਅਸੀਂ ਨਾਸ਼ਵਾਨ ਮਹਿਮਾ ਨੂੰ ਪਾਉਣਾ ਆ ਜਾਂ ਅਵਿਨਾਸ਼ੀ ਮਹਿਮਾ ਨੂੰ ਪਾਉਣਾ। ਹਾਲੇਲੂਇਆ। ਯਿਸੂ ਨੇ ਤਾਂ ਇਨਕਾਰ ਕਰ ਦਿੱਤਾ, ਹੁਣ ਵਾਰੀ ਕਿਹਨਾਂ ਦੀ ਆ? ਆਪਾਂ ਕੀ ਕਰਦੇ ਆ? ਇਨਕਾਰ ਨਹੀਂ ਕਰਦੇ, ਕਿਉਂਕਿ ਜਦੋਂ ਜਲਾਉ ਦਿਖਾਉਂਦਾ ਨਾ ਉਹ ਤੋਂ ਬਾਅਦ ਸਾਨੂੰ ਕੁਝ ਦਿਸਦਾ ਹੀ ਨਹੀਂ। ਤੇ ਯਿਸੂ ਮਸੀਹ ਨੂੰ ਕੀ ਹੋ ਰਿਹਾ ਸੀਗਾ? ਉਸ ਮਹਿਮਾ ਤੋਂ ਗਾਂ ਮਹਿਮਾ ਨੂੰ ਕੀ ਕਰ ਰਿਹਾ ਸੀਗਾ? ਉਹ ਦੇਖ ਰਿਹਾ ਸੀ। ਹਾਲੇਲੂਇਆ। ਸੋ ਇਦਾਂ ਦੀ ਅੱਖ ਆਪਾਂ ਆਪਣੀ ਬਣਾਉਣੀ ਆ, ਪ੍ਰਭੂ ਕੋ ਮੰਗਣੀ ਆ, ਜਿਹੜੀ ਉਸ ਮਹਿਮਾ ਨੂੰ ਦੇਖ ਸਕੇ ਜਿਹੜੀ ਖੁਦਾ ਨੇ ਸਾਡੇ ਲਈ ਖੁਦਾ ਨੇ ਰੱਖੀ ਹੈ, ਈਸ਼ਵਰੀ ਮਹਿਮਾ। ਹਾਲੇਲੂਇਆ। ਕਿਉਂਕਿ ਆਪਾਂ ਈਸ਼ਵਰੀ ਮਹਿਮਾ ਨੂੰ ਦੇਖ ਰਹੇ ਨਾ ਬੈਂਗਣੀ ਰੰਗ ਦੇ ਵਿੱਚ, ਕਿ ਸੰਸਾਰ ਦੀ ਮਹਿਮਾ ਦੇਖ ਰਹੇ? ਈਸ਼ਵਰੀ ਮਹਿਮਾ। ਹਾਲੇਲੂਇਆ। ਈਸ਼ਵਰੀ ਮਹਿਮਾ ਤੇ ਸੰਸਾਰ ਦੀ ਮਹਿਮਾ ਆਪਸ ਵਿੱਚ ਕੀ ਹੈਗਾ ਆ? ਜੇਕਰ ਕੋਈ ਸਿੱਖਿਆ ਨਾ ਹੋਵੇ, ਜਿਸ ਕਿਸੇ ਦੀ ਅੱਖ ਨਾ ਖੁੱਲੀ ਹੋਵੇ, ਤੇ ਉਹਨੂੰ ਇਹਦੇ ਚੋਂ ਫਰਕ ਨਜ਼ਰ ਆਉਣਾ ਨਹੀਂ। ਕਿਉਂਕਿ ਅੱਜ ਮਸੀਹ ਵਿੱਚ ਬਹੁਤ ਜ਼ਿਆਦਾ ਲੋਕ ਅਮੀਰ ਹੁੰਦੇ ਜਾ ਰਹੇ, ਬਰਕਤਾਂ ਤੇ ਬਰਕਤਾਂ ਮਿਲਦੀਆਂ ਜਾ ਰਹੀਆਂ, ਤੇ ਉਹ ਸੋਚਦੇ ਆ ਵੀ ਇਹ ਕੁਝ ਹੀ ਸਾਡੇ ਲਈ ਖੁਦਾ ਨੇ ਰੱਖਿਆ। ਪਰ ਪੌਲੁਸ ਦੀਆਂ ਅੱਖਾਂ ਖੁੱਲੀਆਂ, ਕਹਿੰਦਾ ਮੈਂ ਇਹਨੂੰ ਸਾਰਿਆਂ ਨੂੰ ਕੂੜਾ ਸਮਝਦਾ। ਜਿਹਨੂੰ ਤੁਸੀਂ ਜਿੱਤੇ ਮਾਣ ਕਰਦੇ, ਗਵਾਹੀਆਂ ਦਿੰਦੇ, ਤੇ ਦੂਸਰੇ ਨੂੰ ਤੁੱਛ ਜਾਣਦੇ ਨਾ, ਇਹਨੂੰ ਤਾਂ ਮਿਲੀ ਨਹੀਂ, ਇੰਨਾ ਚਿਰ ਹੋ ਗਿਆ ਪ੍ਰਭੂ ਦੇ ਪਿੱਛੇ ਚੱਲਦੀ ਨੂੰ।
साडू देखो घर बन गए, फलाना हो गया, हो गया, हो गया। पलूस कहता जेड़ा तू इकट्ठा कर ले, जिन तू घर बन गया, कहना फलाना कहना आ, वो मेरे सामने की आ, कूड़ा है। हालेलुया। तेनों इहदे चों इज्जत, आदर, मान, सहूलतां नजर आउंदियां ना, मैनूं इहदे चों विनाश नजर आउंदा। हालेलुया। इसलिए जिहड़ी महिमा आ, क्योंकि इहदे विच की आ, यीशु मसीह ने कहा कि जिहड़ा शैतान आ वो मेरा रूप धरू। यीशु मसीह की आ, मान लो जलाली है, तो शैतान भी किहड़ा रूप धारूगा? जलाली का। हालेलुया। तो ਉਹਦੇ ਦੂਤ भी किहड़ा रूप धारनगे? दासां विचों दी ਉਹ ਕੀ ਕਰਨਾ ਚਾਹੁੰਦਾ ਆ? ਆਪਣੀ ਮਹਿਮਾ ਪ੍ਰਗਟ ਕਰਨਾ ਚਾਹੁੰਦਾ। ਅੱਜ ਜਿਨ੍ਹਾਂ ਦਾਸਾਂ ਦੇ ਵਿੱਚੋਂ ਦੀ ਆਪਾਂ ਮਹਿਮਾ ਉਹ ਪ੍ਰਗਟ ਹੁੰਦੀ ਦੇਖ ਰਹੇ ਨਾ, ਉਹਨਾਂ ਦੇ ਦੇਖਣ ਨਾਲ ਲੰਗੜੇ ਠੀਕ ਹੋ ਰਹੇ ਆ, ਉਹਨੇ ਪ੍ਰਾਰਥਨਾ ਕਰਨ ਨਾਲ ਮੁਰਦੇ ਜਿੰਦੇ ਹੋ ਰਹੇ ਆ, ਉਹਨੇ ਪ੍ਰਾਰਥਨਾ ਕਰਨ ਦੇ ਨਾਲ ਵੀਜ਼ੇ ਲੱਗ ਰਹੇ ਆ। ਅਸਲ ਦੇ ਵਿੱਚ ਉਹ ਮਹਿਮਾ ਕਿਹੜੀ ਆ? ਉਹ ਕਿਹੜੀ ਮਹਿਮਾ ਉਹਨਾਂ ਵਿੱਚੋਂ ਪ੍ਰਗਟ ਹੋ ਰਹੀ ਆ? शैतान दी और संसार दी। संसार दे ईश्वर दी महिमा जो प्रगट हो रही है, समझ लो किहदी महिमा प्रगट हो रही है? संसार दी। हालेलुया। तो साडे तो हुण जिहड़े बहुत देर तो प्रभु दे विच आ ते उन्हां दा कुछ बनया नहीं जां कुछ बन नहीं रहा, ते कई बार जदों इदां दे लोग उन्हां नूं ताना मारदे आ ते विचारिਆਂ ਨੂੰ तकलीफ भी हुंदी है। पर सानू तकलीफ लैण दी लोड़ नहीं, सानू एक मान होना चाहिए, साडा प्रभु साडे अंदर जलाल ਜ਼ਾਹਰ ਕਰ ਰਿਹਾ ਆ, ਜਿਹੜਾ ਇਹਨਾਂ ਅੰਨਿਆਂ ਨੂੰ ਨਜ਼ਰ ਆ ਸਕਦਾ ਨਹੀਂ। ਹਾਲੇਲੂਇਆ। ਉਹ ਜਲਾਲੀ ਮੁਕਾਮ ਸਾਡੇ ਲਈ ਤਿਆਰ ਕਰ ਰਿਹਾ ਹੈ, ਜਿਹਦੇ ਵਿੱਚ ਇਹ ਲੋਕ ਹਾਜ਼ਰ ਹੋ ਸਕਦੇ ਨਹੀਂ। ਉਹ ਸਥਾਨ ਸਾਡੇ ਲਈ ਤਿਆਰ ਕਰਨ ਜਾ ਰਿਹਾ। ਯਿਸੂ ਮਸੀਹ ਨੇ ਕਿਹਾ ਮੈਂ ਤੁਹਾਡੇ ਲਈ ਸਥਾਨ ਕੀ ਕਰਦਾ ਆ? ਤਿਆਰ ਕਰਦਾ। ਸਾਡੇ ਲਈ ਤਾਂ ਤਿਆਰ ਹੋ ਰਿਹਾ, ਤੇ ਜੇ ਸਾਡੇ ਲਈ ਤਿਆਰ ਹੋ ਰਿਹਾ, ਸਾਨੂੰ ਤਿਆਰ ਕਰਨ ਦੀ ਲੋੜ ਨਹੀਂ। ਦੱਸੋ ਭਾਈ, ਰਾਜਾ ਕਦੀ ਆਪ ਆਪਣਾ ਮਹਿਲ ਤਿਆਰ ਕਰਦਾ ਹੁੰਦਾ? हालेलुया। हालेलुया। कि सानू आप अपना महल तैयार करने की लोड़ नहीं, खुदा ने आप ही जिम्मेदारी ले ली है, पुत्र मैं आप ही तैयार कर दूंगा, सिर्फ तू जिहड़ा मैं बना रहा ना उहदे लायक हुंदा जा। हालेलुया। मैं तेरे लिए उच्ची सोच रखी है, तेनू बिल्कुल तख्त ते बराबर बिठाउण दा, इह जलाली तख्त ते बराबर बिठाउण दा प्रोग्राम है। हालेलुया। कि तू किते संसार नाल मन ला के अपना रुतबा ना खो बैठी किते। हालेलुया। तू महिमा ढोण वाला नहीं बनना, तू महिमा च प्रवेश करने वाला बनना। हालेलुया। गां जाके आप करूब जिहड़े देखदे ना, करूब उन्हां दा काम की सीगा? ਉਹ ਤਖਤ ਨੂੰ ਕੀ ਕਰਦੇ ਸੀਗੇ? ਚੱਕ ਕੇ ਚੱਲਦੇ ਸੀ, ਮਹਿਮਾ ਨੂੰ ਯਾਨੀ ਕਿ ਚੱਕ ਕੇ ਚੱਲਦੇ ਸੀ। ਹਾਲੇਲੂਇਆ। ਸੋ ਖੁਦਾ ਸਾਨੂੰ ਮਹਿਮਾ ਨੂੰ ਚੱਕ ਕੇ ਲਿਜਾਣ ਵਾਲੇ ਨਹੀਂ ਬਣਾਉਣਾ ਚਾਹੁੰਦਾ। ਉਹਦਾ ਗਾਂ ਦਾ ਪਲਾਨ ਕੀ ਆ? ਮਹਿਮਾ 'ਚ ਬਰਾਬਰ ਹੀ ਬੈਠਣ, ਚੱਕਣ ਵਾਲੇ ਆਪ ਹੀ ਚੱਕੀ ਫਿਰਨ। ਹਾਲੇਲੂਇਆ। ਕੋਈ ਗੱਲ ਮੇਰੀ ਸਮਝ ਆ ਰਹੀ ਕਿ ਕਿਉਂਕਿ ਵਿਸ਼ਾ ਥੋੜਾ ਗਹਿਰਾ ਹੈ, ਜੇ ਧਿਆਨ ਦੇ ਨਾਲ ਸੁਣੋਗੇ ਤੇ ਸਮਝ ਆਉਣ ਵਾਲਾ ਹੈ। ਇੱਥੇ ਯਿਸੂ ਮਸੀਹ ਨੂੰ ਕਿਹੜਾ ਪ੍ਰਤਾਪ ਉਹ ਦਿਖਾ ਰਿਹਾ ਹੈ? ਸਾਰੇ ਸੰਸਾਰ ਦਾ ਜਲਾਉ ਦਿਖਾਇਆ। ਤਾਂ ਮਤਲਬ ਇਹ ਸਾਰੇ ਸੰਸਾਰ ਤੇ ਕਬਜ਼ਾ ਕਿਹਨੇ ਕੀਤਾ ਹੈ? ਸ਼ੈਤਾਨ। ਭਾਵੇਂ ਧੋਖੇ ਨਾਲ ਕੀਤਾ ਹੈ, ਕਬਜ਼ਾ ਉਹਦਾ ਹੀ। ਇਹਦੇ ਤੋਂ ਖੁਦਾ ਵੀ ਇਨਕਾਰ ਕਰਦਾ ਨਹੀਂ। ਤੇ ਜਿਹੜੇ ਉਹਨੇ ਧੋਖੇ ਨਾਲ ਕੀਤਾ ਆ, ਉਹ ਬੰਦਾ ਉਹਦਾ ਬਣਾਇਆ ਗਿਆ ਸੀਗਾ, ਤੇ ਉਹ ਬੰਦਾ ਉਹਦੇ ਧੋਖੇ ਚ ਕੀ ਕੀਤਾ? ਆਪ ਫਸਿਆ। ਹਾਲੇਲੂਇਆ। ਕਿਹਾ ਗਿਆ ਸੀ ਕਿ ਤੂੰ ਨਾ ਇਹ ਧੋਖਾ ਨਾ ਖਾਈ, ਪਰ ਇਹਨੇ ਜਾਣਬੁੱਝ ਕੇ ਧੋਖਾ ਖਾਧਾ ਆ। ਤੇ ਉਹਦੀ ਕੀਮਤ ਵੀ ਕੌਣ ਦੇ ਰਿਹਾ ਆ? ਖੁਦਾ ਖੁਦ ਦੇ ਰਿਹਾ। ਹਾਲੇਲੂਇਆ। ਇਸ ਲਈ ਇਹ ਤੇ ਆਪਾਂ ਦੇਖਦੇ ਹਾਂ ਕਿ ਉਹਨੇ ਦਿਖਾਇਆ, ਕਹਿੰਦਾ ਬਸ ਮਾੜਾ ਜਿਹਾ ਝੁਕ ਤੇ ਸਾਰਾ ਜਲਾਉ ਮੈਂ ਕਿਹਨੂੰ ਦੇ ਦੂੰਗਾ? ਤੈਨੂੰ। ਹਾਲੇਲੂਇਆ। ਮੈਂ ਹਿਸਾਬ ਨਾਲ ਨਾ ਯਿਸੂ ਮਸੀਹ ਨੂੰ ਉੱਥੇ ਝੁਕ ਜਾਣਾ ਚਾਹੀਦਾ। ਹਾਲੇਲੂਇਆ। ਕੀ ਖਿਆਲ ਤੁਹਾਡਾ? ਝੁਕ ਜਾਣਾ ਚਾਹੀਦਾ, ਕਿਉਂਕਿ ਉਹਨੇ ਵੰਡਣਾ ਕਿਹਨਾਂ ਨੂੰ ਸੀ? ਸਾਨੂੰ ਵੰਡਣਾ ਸੀ। ਆਪਾਂ ਜਿਹੜੇ ਹੈ ਨਾ ਲੋਭੀ ਇਨਸਾਨ ਆ, ਲੋਭੀਆਂ ਦਾ ਲੋਭ ਕੀ ਹੋ ਜਾਂਦਾ? ਪੂਰਾ। ਹਾਲੇਲੂਇਆ। ਪਰ ਯਿਸੂ ਝੁਕਿਆ ਨਹੀਂ। ਉਹਨੂੰ ਪਤਾ ਆ ਇਹਦੇ 'ਚ ਮੇਰੇ ਉਹੋ ਹੀ ਲੋਕ ਆਉਣਗੇ ਜਿਹੜੇ ਕੀਮਤ ਦੇਣਗੇ, ਜਿੱਦਾਂ ਮੈਂ ਕੀਮਤ ਦੇ ਰਿਹਾ। ਮੈਂ ਸੰਸਾਰ ਦੇ ਜਲੌਦ ਨੂੰ ਜਿਹੜਾ ਹੈ ਨਾ ਛੱਡ ਕੇ ਜਦੋਂ ਪਰਮੇਸ਼ਰ ਦੇ ਜਲੌਦ ਦੇ ਲਈ ਆਪਣੇ ਆਪ ਨੂੰ ਪੇਸ਼ ਕਰ ਰਿਹਾ ਹਾਂ, ਤੇ ਪਰਮੇਸ਼ਰ ਦਾ ਜਲਾਲ ਲੈਣ ਲਈ ਮੈਂ ਤਾਂ ਲੈ ਲਵਾਂਗਾ। ਸਾਰਾ ਜਲਾਲ ਪ੍ਰਭੂ ਨੂੰ ਦਿੱਤਾ ਜਾਂਦਾ ਆ ਸਵਰਗ ਵੱਲੋਂ। ਹਾਲੇਲੂਇਆ। ਕਹਿੰਦਾ ਮੈਂ ਤਾਂ ਸਾਰਾ ਜਲਾਲ ਲੈ ਲਵਾਂਗਾ,
ਪਰ ਇਹਨਾਂ ਨੂੰ ਓਨਾ ਹੀ ਮਿਲੂਗਾ, ਓਨਾ ਹੀ ਹਿੱਸਾ ਮਿਲੂਗਾ ਜਿੰਨੇ ਤੇ ਇਹ ਜੈ ਪਾਉਣਗੇ। ਹਾਲੇਲੂਇਆ, ਜਿੰਨੇ ਤੇ ਜੈ ਪਾ ਲੈਣਗੇ। ਹਾਲੇਲੂਇਆ। ਸੋ ਸਾਨੂੰ ਫਤਿਹਮੰਦ ਯੋਧੇ ਕਿਹਾ ਗਿਆ ਹੈ। ਸਵਰਗ ਸਾਨੂੰ ਯੋਧੇ ਕਹਿੰਦਾ। ਸਵਰਗ ਸਾਡੀ ਮਦਦ ਕਰਦਾ। ਪਿਤਾ ਪੁੱਤਰ ਪਵਿੱਤਰ ਆਤਮਾ ਸਾਡੇ ਨਾਲ ਹੈ, ਸਹਿਯੋਗੀ ਆ। ਔਰ ਸਾਨੂੰ ਜੈ ਪਾਉਣ ਦਾ ਮਨ ਨਹੀਂ ਆਉਂਦਾ ਨਹੀਂ, ਕਿਉਂਕਿ ਸ਼ੈਤਾਨ ਨੇ ਵੀ ਅਗਰ ਪੂਰਾ ਜਕੜਬੰਦ ਕਰਕੇ ਰੱਖਿਆ ਪਿਆ। ਇਹਦੀਆਂ ਅੱਖਾਂ ਖੁੱਲ੍ਹਣ ਨਹੀਂ ਦੇਣੇ, ਇਹਨੂੰ ਇੰਨਾ ਜਲਾਉ ਦਿਖਾਇਆ ਜਾਣਾ, ਇੰਨਾ ਦਿਖਾਇਆ ਜਾਣਾ, ਇੱਥੇ ਕੀ ਕਮਾਈ ਜਾਣਾ। ਹਾਲੇਲੂਇਆ। ਤੇ ਜਿਹੜੇ ਉੱਥੇ ਕੁ ਫਸੇ ਰਹੇ, ਫਿਰ ਖੁਦਾ ਵੀ ਉਹਨਾਂ ਨੂੰ ਉੱਥੇ ਕੀ ਘੁਮਾਉਂਦਾ ਰਿਹਾ 40 ਸਾਲ, ਉੱਥੇ ਹੀ ਖਤਮ ਕਰ ਦਿੱਤੀ। ਅਗਲਿਆਂ ਨੂੰ ਫਿਰ ਮੌਕਾ ਮਿਲਿਆ, ਅਗਲੀ ਪੀੜ੍ਹੀ ਨੂੰ। ਹਾਲੇਲੂਇਆ। ਆ ਜਾਓ ਲੂਕਾ 4:6 ਚ ਵੀ ਦੇਖ ਲਓ। ਸਾਰੇ ਸੰਸਾਰ ਦਾ ਜਲਾਲ ਯਿਸੂ ਨੂੰ ਸ਼ੈਤਾਨ ਦੇ ਰਿਹਾ ਸੀ ਲਿਖਿਓ। ਯਿਸੂ ਨੇ ਲੈ ਨਹੀਂ ਲਿਆ। ਜਿਹੜਾ ਮੈਂ ਕਿਹਾ ਨਾ ਲੈ ਲੈਣਾ ਚਾਹੀਦਾ ਸੀ, ਮੈਂ ਉਸ ਬੇਸ ਤੇ ਕਿਹਾ ਜਾਂ ਲੈ ਲੈਣਾ ਚਾਹੀਦਾ ਸੀ ਯਿਸੂ ਮਸੀਹ ਨੂੰ, ਕਿਉਂਕਿ ਆਪਾਂ ਦੇਖਣਾ ਸੰਸਾਰ ਦਾ ਚਾਹੁੰਦੇ ਹਾਂ ਨਾ। ਹਾਂ। लूका 4:6। और उससे कहा, हाँ, मैं ये सब अधिकार हाँ, और इनका वैभव तुझे दूंगा, हाँ, क्योंकि वह मुझे सौंपा गया है। झूठ और बोलदा, जिसे चाहता और हूँ। झूठा की कहन दिया है। इतने झूठा कहन दिया, सौंपा गया है, कब्जा किया है धोखे नाल। हालेलुया। हाँ जी, हाँ जी। और जिसे चाहता हूँ उसी को दे देता हूँ। ਹਾਂ ਆਹ ਗੱਲ ਸੱਚੀ ਕਹਿੰਦਾ। ਜਿਹਨੂੰ ਚਾਹੁੰਦਾ ਆ ਉਹਨੂੰ ਕੀ ਕਰਦਾ ਹੈ, ਦੇ ਦਿੰਦਾ। ਜਿਹੜਾ ਵੀ ਸੰਸਾਰ ਵਿੱਚ ਉਹਦੀ ਗੱਲ ਮੰਨਣ ਲਈ ਤਿਆਰ ਹੁੰਦਾ, ਉਹਨੂੰ ਅਧਿਕਾਰ ਦੇ ਦਿੰਦਾ। ਪਰ ਉਹਨੂੰ ਇਹੀ ਅਧਿਕਾਰ ਦੇ ਦਿੰਦਾ ਨਾਸ਼ਵਾਨ, ਕਿਉਂਕਿ ਉਹ ਵੀ ਕੀ ਆ, ਖੁਦ ਵੀ ਨਾਸ਼ ਹੀ ਹੋਣ ਵਾਲਾ ਹੈ। ਹਾਲੇਲੂਇਆ। ਇਸ ਲਈ ਅਸੀਂ ਉਸ ਨਾਸ਼ਵਾਨ ਅਧਿਕਾਰ ਨੂੰ ਨਹੀਂ ਲੈਣਾ, ਅਸੀਂ ਉਸ ਅਵਿਨਾਸ਼ੀ ਅਧਿਕਾਰ ਨੂੰ ਪ੍ਰਾਪਤ ਕਰਨਾ ਹੈ। ਹਾਲੇਲੂਇਆ। अच्छा, मत्ती 6:29। सिर्फ वचन ਨੂੰ ਹਰੇਕ ਨੂੰ ਇਸ ਬੇਸ ਦੇ ਨਾਲ ਤੁਸੀਂ ਸੁਣਨਾ ਆ, ਸਿਸਟਮ ਦੇ ਨਾਲ ਸੁਣਨਾ ਆ ਕਿ ਅਸੀਂ ਈਸ਼ਵਰੀ ਮਹਿਮਾ ਦੇ ਬਾਰੇ ਸਿੱਖ ਰਹੇ ਹਾਂ। ਈਸ਼ਵਰੀ ਮਹਿਮਾ ਦੇ ਬਾਰੇ ਇਸ ਲਈ ਸਿੱਖ ਰਹੇ ਹਾਂ ਕਿ ਪਰਦੇ ਵਿੱਚ ਇੱਕ ਰੰਗ ਆਇਆ ਬੈਂਗਣੀ। ਹਾਲੇਲੂਇਆ। ਉਹਦਾ ਕਰਕੇ ਅਸੀਂ ਇਹ ਗੱਲ ਨੂੰ ਸਿੱਖ ਰਹੇ ਹਾਂ ਕਿ ਇੱਥੇ ਦੇਖਣਾ ਹੈ ਇਹ ਵਚਨ ਸਾਨੂੰ ਈਸ਼ਵਰੀ ਮਹਿਮਾ ਲਈ ਕਿਹੜੀ ਗੱਲ ਦੀ ਪ੍ਰੇਰਨਾ ਕਰ ਰਿਹਾ ਹੈ। ਹਾਂ। तो भी मैं तुमसे कहता हूँ हाँ, कि सुलेमान भी अपने सारे वैभव में हाँ, उनमें से किसी के समान वस्त्र पहने हुए ना था। ਹਾਂ। ਸੇ ਤੋਂ ਪਹਿਲਾਂ ਕਿਹਾ ਗਿਆ ਆ ਕਿ ਉਹ ਫੁੱਲਾਂ ਨੂੰ ਕਿੰਨਾ ਜ਼ਬਰਦਸਤ ਪਹਿਰਾਵਾ ਪਹਿਨਾਉਂਦਾ, ਕਿੱਦਾਂ ਦੇ ਰੰਗ ਪਵਾ ਦਿੰਦਾ। ਤੇ ਕਹਿੰਦਾ ਜਿਹੜਾ ਫੁੱਲਾਂ ਤੱਕ ਨੂੰ ਜਿਹੜੇ ਨਾਸ਼ ਹੋਣ ਵਾਲੇ ਉਹਨਾਂ ਨੂੰ ਇਦਾਂ ਦਾ ਪਾਉਂਦਾ ਆ। ਤੇ ਉਹ ਜਿਹੜਾ ਰਾਜਾ ਸੀਗਾ ਸੁਲੇਮਾਨ, ਉਹ ਵੀ ਆਪਣੀ ਪੂਰੀ ਭੜਕ ਦੇ ਵਿੱਚ ਵੀ ਇਹਨਾਂ ਦਾ ਮੁਕਾਬਲਾ ਕਰ ਸਕਦਾ ਨਹੀਂ। ਹਾਲੇਲੂਇਆ, ਹਾਲੇਲੂਇਆ। ਜਿਹੜਾ ਫੁੱਲਾਂ ਤੱਕ ਨੂੰ ਵੀ ਸੰਸਾਰ ਦੇ ਸਭ ਤੋਂ ਅਮੀਰ ਰਾਜਾ, ਬੁੱਧਵਾਨ ਰਾਜਾ, ਵੈਭਵ ਵਾਲਾ ਰਾਜਾ, ਉਹਨੂੰ ਵੀ ਜਿਹੜੇ ਵਸਤਰ ਪਹਿਨਾਏ, ਉਹਦੇ ਤੋਂ ਵੀ ਵੱਧ ਕੇ ਵਸਤਰ ਕਿਹਨੂੰ ਪਵਾ ਦਿੰਦਾ ਹੈ, ਫੁੱਲਾਂ ਤੱਕ। ਹਾਲੇਲੂਇਆ। ਜਿਹੜਾ ਫੁੱਲਾਂ ਦੀ ਇੰਨੀ ਯਾਨੀ ਕਿ ਕਰਦਾ, ਜਿਹੜੇ ਥੋੜੀ ਦੇਰ ਬਾਅਦ ਉਹ ਮੁਰਝਾਉਣ ਵਾਲੇ ਆ, ਤੇ ਸਾਨੂੰ ਜਿਨ੍ਹਾਂ ਨੂੰ ਉਹਨੇ ਹਮੇਸ਼ਾ ਦੇ ਲਈ ਰਹਿਣ ਲਈ ਬਣਾਇਆ, ਇਹਨਾਂ ਨੂੰ ਕਿੰਨਾ ਵਧੀਆ ਪਵਾ ਸਕਦਾ। ਹਾਲੇਲੂਇਆ। ਹਾਲੇਲੂਇਆ। ਉਹ ਆ ਮਹਿਮਾ ਦੀ ਧੀ। ਕਿਹੜੀ ਦੇ? ਮਹਿਮਾ ਦੀ ਧੀ। ਹਾਲੇਲੂਇਆ। ਹਾਲੇਲੂਇਆ। ਔਰ ਉਹ ਮਹਿਮਾ ਦੀ ਦੇਹ ਪਾਉਣਾ ਆ। ਕਲੀਸਿਆ ਦਾ ਮਕਸਦ ਧਰਤੀ ਦੇ ਉੱਤੇ ਰਹਿਣਾ। ਜਿੰਨੇ ਦਿਨ ਸਾਨੂੰ ਮਿਲੇ ਆ, ਉਸ ਮਹਿਮਾ ਦੀ ਦੇਹ ਦੇ ਲਈ ਹੀ ਕੀਮਤਾਂ ਦੇਣੀਆਂ। ਪੌਲੁਸ ਇਸ ਗੱਲ ਨੂੰ ਜਾਣ ਗਿਆ ਤੇ ਉਹ ਕਹਿੰਦਾ, ਮੈਂ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਜੀ ਉੱਠਣ ਦੀ ਸਾਮਰਥ ਨੂੰ ਪ੍ਰਾਪਤ ਕਰਨਾ ਚਾਹੁੰਦਾ। ਮੇਰਾ ਤਾਂ ਮਕਸਦ ਆਹ ਹੀ ਹੈ। ਹਾਲੇਲੂਇਆ। ਪੈਸਾ ਧੇਲਾ ਕਹਿੰਦਾ ਬਹੁਤ ਦੇਖ ਲਿਆ ਜ਼ਿੰਦਗੀ 'ਚ, ਇੱਜ਼ਤ ਮਾਣ ਵੀ ਬਹੁਤ ਦੇਖ ਲਿਆ, ਗਿਆਨ ਵੀ ਬਹੁਤ ਦੇਖ ਲਿਆ, ਰੁਤਬੇ ਵੀ ਬਹੁਤ ਜ਼ਿਆਦਾ ਦੇਖ ਲਏ, ਵਪਾਰ ਵੀ ਬੜਾ ਦੇਖ ਲਿਆ। ਪਰ ਉਹ ਸਾਰਾ ਜਦੋਂ ਮੇਰੀ ਅੱਖ ਖੁੱਲੀ ਹੈ ਤਾਂ ਮੈਨੂੰ ਲੱਗਿਆ ਕਿ ਉਹ ਕੀ ਆ, ਨਾਸ਼ਵਾਨ ਹੈ। ਤੇ ਇੱਕ ਅਵਿਨਾਸ਼ੀ ਸਿਸਟਮ ਖੁਦਾ ਨੇ ਮੇਰੇ ਲਈ ਸ਼ੁਰੂ ਕੀਤਾ ਆ, ਹਮੇਸ਼ਾ ਦਾ ਰਾਜ, ਸਦਾ ਕਾਲ ਦਾ ਰਾਜ।
ਪਰ ਉਹ ਸਦਾ ਕਾਲ ਦਾ ਰਾਜ ਉਸੇ ਨੂੰ ਮਿਲਣਾ ਆ ਜਿਹਨੂੰ ਉਹ ਮਹਿਮਾ ਦੀ ਦੇਹ ਮਿਲੀ ਹੋਈ ਹੋਊਗੀ। ਹਾਲੇਲੂਇਆ। ਸਮਝਦੇ ਗੱਲ? ਮਹਿਮਾ ਦੀ ਦੇਹ, ਮਹਿਮਾ ਸ਼ਬਦ ਜੋ ਔਖਾ ਲੱਗਦਾ, ਜੋਤ, ਪ੍ਰਕਾਸ਼, ਨੂਰ, ਹਨਾ, ਨੂਰ ਵਾਲੀ ਨੂਰਾਨੀ ਦੇਹ ਜਿਹੜੀ ਆ, ਜਿਹਦੇ ਵਿੱਚ ਕੀ ਹੁੰਦਾ ਆ, ਪੂਰੀ ਪਾਰਦਰਸ਼ੀ ਔਰ ਪੂਰੀ ਜਲਾਉ ਦੇ ਨਾਲ ਭਰੀ ਹੋਈ, ਰੋਸ਼ਨੀ ਦੇ ਨਾਲ ਭਰੀ ਹੋਈ ਉਹ ਦੇਹ। ਔਰ ਉਹ ਦੇਹ ਨੂੰ ਖੱਟਣ ਲਈ ਹੀ ਸਾਨੂੰ ਇੱਥੇ ਮੌਕਾ ਆ ਕਿ ਆਪਣੇ ਜੀਵਨਾਂ ਵਿੱਚ ਘਟੀਆਂ ਗੱਲਾਂ ਨੂੰ ਕੀ ਕਰ ਦੋ, ਖਤਮ ਕਰ। ਹਨੇਰੇ ਦੀਆਂ ਗੱਲਾਂ ਨੂੰ ਕੀ ਕਰ ਦੋ, ਖਤਮ ਕਰ। ਹਾਲੇਲੂਇਆ। ਇਹਦਾ ਮਤਲਬ ਹਨੇਰੇ ਦੀਆਂ ਗੱਲਾਂ ਖਤਮ ਕਰੋਗੇ ਤੇ ਚਾਨਣ ਦੀਆਂ ਕੀ ਹੋ ਜਾਣਗੀਆਂ, ਪ੍ਰਗਟ ਹੋ ਜਾਣਗੀਆਂ। ਹਾਲੇਲੂਇਆ। ਹਾਲੇਲੂਇਆ, ਹਾਲੇਲੂਇਆ। ਹਨੇਰੇ ਦੀਆਂ ਗੱਲਾਂ ਖਤਮ ਕਰਦੇ ਜਾਣਾ ਆ, ਗੰਦੀਆਂ ਗੱਲਾਂ ਖਤਮ ਕਰਦੇ ਜਾਣਾ, ਗੰਦੀਆਂ ਸੋਚਾਂ, ਗੰਦੇ ਵਿਚਾਰ, ਜੋ ਜੋ ਕੁਝ ਵੀ ਸਰੀਰ ਦੇ ਕੰਮ ਆ, ਇਹਨਾਂ ਸਾਰਿਆਂ ਨੂੰ ਖਤਮ ਕਰਨ ਦਾ ਮਨ ਬਣਾਉਣਾ। ਫਿਰ ਉਹ ਮਹਿਮਾ ਦੀ ਦੇਹ ਦੇ ਲਾਇਕ ਆਪਾਂ ਹੋਣਾ ਆ, ਤੇ ਉਹ ਮਿਲਣੀ ਆ ਸਾਡੇ ਇਸ ਧਰਤੀ ਤੋਂ ਉਠਾਏ ਜਾਣ ਦੇ ਇੱਕ ਪਲ ਦੇ ਦਰਮਿਆਨ। ਜੇ ਕਹੋ ਪਹਿਲਾਂ ਕੁਝ ਮਹਿਸੂਸ ਹੋ ਜਾਵੇ, ਇਸ ਚਮੜੀ ਵਿੱਚ ਕੋਈ ਪ੍ਰਕਾਸ਼, ਕੋਈ ਰੋਸ਼ਨੀ, ਇਹ ਹੋਣੀ ਨਹੀਂ। ਇਹ ਮੂਸਾ ਦੇ ਜ਼ਮਾਨੇ 'ਚ ਇੱਕ ਵਾਰੀ ਚਮਕਾ ਕੇ ਦਿਖਾ ਦਿੱਤੀ ਹੋਈ ਆ ਸੈਂਪਲ ਦੇ ਤੌਰ ਤੇ। ਹਾਲੇਲੂਇਆ। ਉਹਦੀ ਚਮੜੀ ਨੂੰ ਜਿਹੜਾ ਚਮਕਾਇਆ ਸੀ ਨਾ, ਸੈਂਪਲ ਦੇ ਤੌਰ ਤੇ ਚਮਕਾਤਾ ਕਿ ਤੁਹਾਨੂੰ ਕੋਈ ਸ਼ੱਕ ਨਾ ਰਵੇ ਵੀ ਐਸੀ ਨੂਰਾਨੀ ਦੇਹ ਵੀ ਹੋ ਸਕਦੀ ਹੈ। ਪਰ ਉਹ ਮਿਲਣੀ ਉਹਨਾਂ ਨੂੰ ਜਿਨ੍ਹਾਂ ਨੇ ਕੀਮਤ ਦੇ ਦੇਣੀ। ਹਾਲੇਲੂਇਆ। ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸੈੱਟ ਕਰ ਲੈਣਾ। ਇਸ ਲਈ ਮੇਰੀ ਬਾਰ-ਬਾਰ ਬੇਨਤੀ ਹੈ, ਇਹਨਾਂ ਦਿਨਾਂ ਵਿੱਚ ਘਰਾਂ 'ਚੋਂ ਹੋਣ ਵਾਲੇ ਤੁਹਾਡੇ ਤੇ ਜ਼ਿਆਸਤੀਆਂ, ਕਾਰੋਬਾਰ ਵਿੱਚ ਹੋਣ ਵਾਲੇ ਘਾਟੇ ਔਰ ਸਰੀਰ 'ਚ ਹੋਣ ਵਾਲਾ ਕਲੇਸ਼, ਰੋਗ, ਇਹਦੇ ਤੋਂ ਘਬਰਾਉਣ ਦੀ ਲੋੜ ਨਹੀਂ। ਹਾਲੇਲੂਇਆ। ਇਹਦੇ ਤੋਂ ਬਾਵਜੂਦ ਤੁਹਾਡੇ ਹਾਲਾਤ ਉਲਟ ਆਉਂਦੇ ਆ, ਮਾਹੌਲ ਉਲਟ ਆਉਂਦੇ ਆ, ਉਹਨਾਂ ਤੋਂ ਘਬਰਾਉਣ ਦੀ ਲੋੜ ਨਹੀਂ। ਹਾਲੇਲੂਇਆ। ਤੇ ਖੁਦਾ ਦੇ ਨਾਲ ਗਿਲਾ ਕਰਨ ਦੀ ਵੀ ਲੋੜ ਨਹੀਂ, ਮੇਰੇ ਨਾਲ ਹੀ ਇਦਾਂ ਕਿਉਂ ਹੋ ਰਿਹਾ। ਹਾਲੇਲੂਇਆ। ਕਿਉਂਕਿ ਤੇਰੇ ਨਾਲ ਇਦਾਂ ਇਸ ਲਈ ਹੋ ਰਿਹਾ, ਤੇਰੇ ਅੰਦਰ ਇੱਕ ਦੇਹ ਤਿਆਰ ਹੋ ਰਹੀ ਹੈ। ਹਾਲੇਲੂਇਆ। ਤੇਰੇ ਅੰਦਰ ਇੱਕ ਪਰਦੇ ਦਾ ਰੰਗ ਕੀ ਹੋ ਰਿਹਾ ਭਲਾ, ਤਿਆਰ। ਹਾਲੇਲੂਇਆ। ਪ੍ਰੇਮ ਤੇਰੇ ਵਿੱਚ ਭਰ ਦਿੱਤਾ ਆ, ਹੁਣ ਜਲਾਲ ਤੇਰੇ ਵਿੱਚ ਭਰਨਾ ਹੈ। ਹਾਲੇਲੂਇਆ। ਆ ਜਾ पढ़िए मत्ती 6:29 दोबारा। तो भी मैं तुमसे कहता हूँ कि सुलेमान भी अपने सारे वैभव में हाँ। उनमें से किसी के समान वस्त्र पहने हुए ना ना था, उन्होंने दे समान। ਇਹ ਤੋਂ ਇੱਕ ਐਤ ਪਹਿਲਾਂ ਪੜ੍ਹ ਲਓ ਤਾਂ ਕਿ ਗੱਲ ਕਲੀਅਰ ਹੋ ਜਾਵੇ ਕਾਹਦੇ ਵਾਸਤੇ ਗੱਲ ਕੀਤੀ ਜਾ ਰਹੀ ਹੈ। ਯਿਸੂ ਦੀ ਸਿੱਖਿਆ ਜਿਹੜੀ ਚੱਲ ਰਹੀ ਆ, ਪਹਾੜੀ ਉਪਦੇਸ਼ ਦੇ ਵਿੱਚ ਹੈ, ਚੱਲ ਰਿਹਾ ਪ੍ਰੋਗਰਾਮ। ਹਾਂ। और वस्त्र के लिए क्यों चिंता करते हो? ਵਸਤਰ ਦੇ ਲਈ ਕਿਉਂ ਚਿੰਤਾ ਕਰਦੇ ਆ ਨਾ, ਇਸ ਲਈ ਆ ਜਿਹੜੇ ਕੱਪੜੇ ਇਹਨਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ। ਹਾਂਜੀ। जंगली शोषणों पर ध्यान करो। ਜੰਗਲੀ ਜਿਹੜੇ ਸ਼ੋਸ਼ਣ ਆ, ਜਿਹੜੇ ਫੁੱਲ ਆ, ਗੁਲਾਬ ਆ, ਉਹਨਾਂ ਦੇ ਵੱਲ ਕੀ ਕਰੋ ਭਲਾ, ਧਿਆਨ ਕਰੋ। ਜੰਗਲੀ ਹਾਂ कि वे कैसे बढ़ते हैं? ਕਿੱਦਾਂ ਵੱਢਦੇ ਆ? वे ना तो परिश्रम करते ਹਾਂ ना काटते हैं, ਹਾਂ। तो भी मैं तुमसे कहता हूँ ਉਹ ਪ੍ਰਿਸ਼ਮ ਵੀ, ਮਿਹਨਤ ਵੀ ਨਹੀਂ ਕਰਦੇ, ਕੱਤਦੇ ਵੀ ਨਹੀਂ। ਹਾਂ तो भी मैं तुमसे कहता हूँ हाँ। कि सुलेमान भी अपने सारे वैभव में हाँ। उनमें से किसी के समान वस्त्र पहने हुए ना था। ਜਿਹੜਾ ਉਹਨਾਂ ਨੂੰ ਪਾਇਆ ਹੁੰਦਾ ਨਾ ਵਸਤਰ, ਕਦੀ ਕਿਤੇ ਫੁੱਲਾਂ ਦੀਆਂ ਵੈਰਾਈਟੀਆਂ ਗੂਗਲ ਤੇ ਜਾ ਕੇ ਚੈੱਕ ਕਰਕੇ ਦੇਖਿਓ ਕਿੰਨੀਆਂ ਮਨਮੋਹਣੀਆਂ ਹੈ। ਤੇ ਕਿਤੇ ਉਹਦੇ ਫੁੱਲਾਂ ਦੀਆਂ ਵਾਦੀਆਂ ਦੇ ਵਿੱਚੋਂ ਦੀ ਗੁਜ਼ਰੋ ਤੇ ਸੁਲੇਮਾਨ ਦੇ ਕੋਲੋਂ ਦੀ ਗੁਜ਼ਰੋ ਤੇ ਫਰਕ ਪਤਾ ਲੱਗ ਜਾਣਾ। ਹਾਲੇਲੂਇਆ। ਸੁਲੇਮਾਨ ਨੂੰ ਵੀ ਵਾਦੀਆਂ ਵਿੱਚੋਂ ਲਿਆ ਗਿਆ, ਸੈਂਟ ਸੁੰਟ ਪਾ ਕੇ ਹੀ ਖੁਸ਼ਬੂ ਛੱਡ ਸਕਦਾ, ਉਦਾਂ ਖੁਸ਼ਬੂ ਛੱਡ ਸਕਦਾ ਨਹੀਂ। ਪਰ ਇਹਨਾਂ ਵਾਦੀਆਂ ਵਿੱਚੋਂ ਦੀ ਗੁਜ਼ਰੋਗੇ ਤਾਂ ਕੀ ਹੋਊਗਾ? ਜਿਹੜੇ ਫੁੱਲਾਂ ਦੇ ਪ੍ਰੇਮੀ ਆ, ਦੀਵਾਨੇ ਆ, ਉਹ ਤਕਰੀਬਨ ਨਾ ਜਿਹੜੇ ਗੁਲਾਬ ਦੇ ਦੀਵਾਨੇ, ਉਹ 12 ਪ੍ਰਕਾਰ ਦੇ ਜਿਹੜੇ ਗੁਲਾਬ ਦੇ ਰੰਗ ਆ, ਗੁਲਾਬ ਨੂੰ ਆਪਣੇ ਘਰਾਂ ਵਿੱਚ ਪੈਦਾ ਕਰਦੇ, ਉਹਨੂੰ ਰੱਖਦੇ ਆ ਗਮਲਿਆਂ ਦੇ ਵਿੱਚ। ਗੁਲਾਬ ਵੀ ਕਿਤੇ ਇੱਕ ਪ੍ਰਕਾਰ ਦਾ ਨਹੀਂ। ਹਾਲੇਲੂਇਆ। ਸੋ ਫੁੱਲ ਆਪਾਂ ਦੇਖਦੇ ਕਈ ਪ੍ਰਕਾਰ ਦੇ, ਕਈ ਤਰ੍ਹਾਂ ਦੀਆਂ ਕਲੀਆਂ, ਕਈ ਤਰ੍ਹਾਂ ਦੇ ਫੁੱਲ, ਕਈ ਤਰ੍ਹਾਂ ਦੇ ਪੱਤੇ ਆ ਜਿਹੜੇ ਯਾਨੀ ਕਿ ਸਾਨੂੰ ਇੰਨਾ ਆਕਰਸ਼ਿਤ ਕਰਦੇ ਆ, ਔਰ ਉਹਨਾਂ 'ਚ ਇੰਨੀਆਂ ਸੁਗੰਧੀਆਂ ਭਰੀਆਂ ਪਈਆਂ ਖੁਦਾ ਨੇ। ਹਾਲੇਲੂਇਆ। ਸੋ ਇੱਥੇ ਸਾਨੂੰ ਸਿਰਫ ਮਿਸਾਲ ਇਹ ਮਿਲਦੀ ਸਿੱਖਣ ਲਈ ਕਿ ਜਦੋਂ ਇਹਨਾਂ ਵਿੱਚ ਜਿਹੜੇ ਨਾਸ਼ ਹੋਣ ਵਾਲੇ ਆ, ਇਹਨਾਂ ਨੂੰ ਇੰਨਾ ਸੋਹਣਾ ਪਹਿਰਾਵਾ ਆ, ਤੇ ਸਾਡੇ ਲਈ ਇਹਦੇ ਤੋਂ ਉੱਤਮ ਸੋਚ ਕੇ ਰੱਖਿਆ ਖੁਦਾ ਨੇ। ਸਾਨੂੰ ਇੱਕ ਪਹਿਰਾਵਾ ਪਵਾਉਣ ਵਾਲਾ ਆ,
ਉਹ ਕੀ ਆ? ਮਹਿਮਾ। महिमा हालेलुया ਹਾਲੇਲੂਇਆ। ਜਿਹਨੂੰ ਕੋਈ ਸੰਸਾਰ ਦਾ ਕਰਿੰਦਾ ਕੱਤ ਸਕਦਾ ਕੱਤ ਨਹੀਂ ਸਕਦਾ, ਕੋਈ ਦਰਜੀ ਉਹਨੂੰ ਬਣਾ ਸਕਦਾ ਨਹੀਂ, ਕੋਈ ਵਰਕਸ਼ਾਪ ਉਸ ਕੱਪੜੇ ਨੂੰ ਬਣਾ ਸਕਦੀ ਉਹ ਮੇਰੇ ਕਰਮਾਂ ਨਾਲ ਬਣਨਾ। हालेलुया ਕਰਮ ਕਰ ਤੇ ਦੇਖਿਓ ਉਹ ਕੱਪੜਾ ਬਣਦਾ। ਹਾਲੇਲੂਇਆ। ਜਲਾਲ ਜਲਾਲ ਜਲਾਲ। ਹਾਲੇਲੂਇਆ। हालेलुया ਹਾਂਜੀ। ਤੇ ਇਹਦੇ ਨਾਲ ਰਿਲੇਟਡ ਇੱਕ ਵਚਨ ਹੋਰ ਪੜ੍ਹ ਲੈਂਦੇ ਹਾਂ, ਲੂਕਾ 12 ਉਹਦੀ 27 ਆਇਤ। ਲੂਕਾ ਦੀ ਇੰਜੀਲ 12 ਦੇ ਆਏ ਉਹਦੀ 27 ਆਇਤ। ਸੋਸਨ ਦੇ ਫੁੱਲਾਂ ਵੱਲ ਧਿਆਨ ਕਰੋ ਹਾਂ। ਜੋ ਕਿਕਰ ਵੱਧਦੇ ਹਨ। ਜੇ ਕਿੱਦਾਂ ਵੱਧਦੇ ਆ ਉਹ ਨਾ ਮਿਹਨਤ ਕਰਦੇ ਹਾਂ। ਨਾ ਕੱਤਦੇ ਹਨ। ਹਾਂ। ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਸੁਲੇਮਾਨ ਆਪਣੀ ਇਹ ਸਾਰੀ ਬਸ ਉਹ ਗੱਲ ਤਾਂ ਸੇਮ ਹੀ ਆ। ਉਹ ਨਾ ਕਿੱਦਾਂ ਵੱਧਦੇ ਆ? ਉਹ ਕੱਤਦੇ ਨਹੀਂ, ਨਾ ਮਿਹਨਤ ਕਰਦੇ, ਕੱਤਦੇ ਨਹੀਂ, ਹਨਾ। ਯਾਨੀ ਕਿ ਜਿੱਦਾਂ ਵੀ ਉਹ ਸੋਚਣ ਦਾ ਜਿਹੜਾ ਫੁੱਲ ਆ, ਗੁਲਾਬ ਆ, ਹਨਾ, ਉਹ ਕੀ ਕਰਦਾ ਆ? ਦਿਨ ਪ੍ਰਤੀ ਦਿਨ ਆਪਣੇ ਆਪ ਹੀ ਕਿੰਦਾ ਜਾਂਦਾ ਹੈ, ਖਿਲਦਾ ਖਿਲਦਾ, ਆਪਣਾ ਰੰਗ ਛੱਡਦਾ ਜਾਂਦਾ, ਖੁਸ਼ਬੂ ਦਿੰਦਾ ਜਾਂਦਾ ਹੈ। ਉਹਦੀ ਜ਼ਿੰਮੇਵਾਰੀ ਕਿਹਦੇ ਕੋਲ? ਖੁਦਾ ਕੋਲ ਹੈ ਨਾ। ਖੁਦਾ ਉਹਦੇ ਵਿੱਚ ਉਹ ਰੰਗ ਭਰਦਾ ਜਾਂਦਾ। ਇਸੇ ਲਈ ਜਿਹੜੇ ਸਮਰਪਿਤ ਲੋਕ ਹੈ, ਸਮਰਪਣ ਕਰਨਾ ਕਿਉਂ? ਸਮਰਪਣ ਦਾ ਵਿਸ਼ਾ ਕਿਉਂ ਜ਼ਿਆਦਾਤਰ ਟੀਚਰ ਲੋਕ ਲੈਂਦੇ? ਸਮਰਪਣ ਕਰਨਾ ਹੈ, ਹਰ ਗੱਲ ਲਈ ਸਮਰਪਣ ਹੋਊਗਾ ਤੇ ਖੁਦਾ ਉਹਦੀ ਜ਼ਿੰਮੇਵਾਰੀ ਲੈ ਲੂਗਾ। ਜਿਹੜੀ ਗੱਲ ਨੂੰ ਤੁਸੀਂ ਛੁੱਟਣਾ ਚਾਹੁੰਦੇ, ਬਚਣਾ ਚਾਹੁੰਦੇ, ਉਹਦੇ ਲਈ ਕੀ ਕਰਨਾ? ਸਮਰਪਣ ਕਰਨਾ, ਸਮਰਪਣ ਸ਼ੋ ਕਰਨਾ ਹੈ। ਜ਼ਿੰਮੇਵਾਰੀ ਫੇਸ ਵਰਗ ਨੇ ਲੈਣੀ ਹੈ। ਹਾਲੇਲੂਇਆ। ਸੋ ਇਹ ਗੁਲਾਬ ਦਾ ਵੀ ਕੀ ਇੱਕ ਸਮਰਪਣ ਆ ਵੀ ਮੇਰੇ ਕੋਲ ਕੁਛ ਵੀ ਨਹੀਂ ਹੋਣਾ, ਤੁਸੀਂ ਜਿਹੜਾ ਰੰਗ ਭਰਨਾ ਭਰ ਦਿਓ, ਤੁਸੀਂ ਜਿਹੜਾ ਡਿਜ਼ਾਈਨ ਦੇਣਾ ਆ ਦੇ ਦਿਓ। ਹਾਲੇਲੂਇਆ। ਇਸੇ ਤਰੀਕੇ ਨਾਲ ਅਸੀਂ ਵੀ ਆਪਣੇ ਸਮਰਪਣ ਦੇ ਵਿੱਚ ਰਹਿਣਾ ਹੈ। ਖੁਦਾ ਦੇ ਅੱਗੇ ਸਮਰਪਣ ਸਾਨੂੰ ਕਰਦੇ ਜਾਣਾ। ਸਮਰਪਣ ਦੇ ਪ੍ਰਕਾਰ ਜਿਹੜੇ ਬਹੁਤ ਆ, ਸਮਰਪਣ ਦੀਆਂ ਕਿਸਮਾਂ ਜਿਹੜੀਆਂ ਆ ਬਹੁਤ ਹੀ। ਜਦੋਂ ਦੇਖੋ ਇੱਕ ਸਮਰਪਣ ਦੇ ਵਿੱਚੋਂ ਤੁਸੀਂ ਚੱਲ ਪਏ ਆ, ਦੂਸਰਾ ਸਮਰਪਣ ਨਾਲ ਹੀ ਤੋੜ ਦਿਓ। ਪ੍ਰਭੂ ਇਸ ਗੱਲ ਦਾ ਵੀ ਸਮਰਪਣ ਲੈਣਾ, ਮੈਨੂੰ ਆਹ ਚੰਗਾ ਲੱਗਾ ਜਿਹੜਾ ਤੂੰ ਬਣਾਇਆ, ਜਿਹੜਾ ਮੇਰੇ ਸਿਸਟਮ ਦਾ ਸੁਭਾਅ ਦਾ ਢਾਂਚਾ ਤੂੰ ਸੈੱਟ ਕੀਤਾ ਨਾ, ਆਹ ਸਹੀ ਆ। ਤੇ ਇਸ ਲਈ ਮੈਂ ਇਸ ਚੀਜ਼ 'ਚ ਵੀ ਤੇਰੀ ਇੱਛਾ ਚਾਹੁੰਦਾ, ਇਸ ਚੀਜ਼ 'ਚ ਵੀ ਤੇਰੀ ਇੱਛਾ। ਯਾਨੀ ਕਿ ਆਹ ਜਿਹੜੀ ਪੱਤੀ ਵਿੱਚੋਂ ਨਿਕਲ ਰਹੀ ਹੈ, ਖਿਲ ਰਹੀ ਆ, ਇਹ ਮੈਨੂੰ ਬੜੀ ਵਧੀਆ ਲੱਗੀ ਆ। ਜਿਹੜੀ ਮੈਂ ਖਲਾਈ ਸੀ ਉਹ ਮੁਰਝਾ ਗਈ ਆ। ਹਾਲੇਲੂਇਆ। ਮੈਂ ਬਣਾਈ ਸੀ ਉਹ ਕਾਗਜ਼ ਦੀ ਸੀ। ਹਾਲੇਲੂਇਆ। ਕਾਗਜ਼ ਦੇ ਫੁੱਲ ਖੁਸ਼ਬੂ ਨਹੀਂ ਨਾ ਦਿੰਦੇ। ਹਾਲੇਲੂਇਆ। ਆ ਤੇਰੇ ਨਾਲ ਸਹੀ ਹੈ ਵੀ, ਇਹਦੇ 'ਚ ਵੀ ਤੂੰ ਕਰ, ਤੇਰੀ ਖੁਸ਼ਬੂ ਮੇਰੇ ਸਾਰੇ ਕਿਰਿਆ ਵਿੱਚੋਂ, ਕੰਮ ਦੇ ਵਿੱਚੋਂ ਕੀ ਹੋਵੇ? ਪ੍ਰਗਟ ਹੋਵੇ। ਹਾਲੇਲੂਇਆ। ਹੁਣ ਆ ਜਾਓ ਯਹੋਨਾ 2 ਅਧਿਆਇ ਉਹਦੀ 11 ਆਇਤ। ਯਹੋਨਾ 2 ਅਧਿਆਇ ਉਹਦੀ 11 ਆਇਤ। ਇਹ ਨਿਸ਼ਾਨਾ ਦਾ ਆਰੰਭ ਸੀ ਹਾਂ। ਜਿਹੜਾ ਯਿਸੂ ਨੇ ਗਲੀਲ ਦੇ ਕਾਨਾ ਵਿੱਚ ਵਿਖਾ ਕੇ ਆਪਣਾ ਤੇਜ ਪ੍ਰਗਟ ਕੀਤਾ। ਆਪਣਾ ਤੇਜ ਪ੍ਰਗਟ ਕੀਤਾ। ਇਹ ਨਿਸ਼ਾਨਾ ਦਾ ਕੀ ਸੀਗਾ? ਆਰੰਭ ਸੀ, ਜਿਹਨੂੰ ਗਲੀਲ ਵਿੱਚ ਦਿਖਾ ਕੇ ਪ੍ਰਭੂ ਨੇ ਆਪਣਾ ਤੇਜ ਕੀ ਕੀਤਾ? ਭਲਾ ਪ੍ਰਗਟ ਕੀਤਾ। ਔਰ ਉਹਦੇ ਚੇਲਿਆਂ ਨੇ ਉਸ ਉੱਤੇ ਨੇਚਾ ਕੀਤੀ। ਹਾਲੇਲੂਇਆ। ਹਾਲੇਲੂਇਆ। ਇਹਦਾ ਮਤਲਬ ਚਿੰਨ੍ਹ ਕੀ ਕਰਨੇ ਪੈਣੇ? ਫਿਰ ਪ੍ਰਗਟ ਕਰਨੇ ਪੈਣੇ। ਸ਼ੈਤਾਨ ਨੇ ਇਸ ਗੱਲ ਚ ਲਾਇਆ ਅਸੀਂ ਬਿਮਾਰਾਂ ਨੂੰ ਚੰਗਾ ਕਰਕੇ ਪ੍ਰਗਟ ਕਰੀਏ ਨਾ। ਮੈਂ ਬਿਮਾਰਾਂ ਨੂੰ ਚੰਗਾ ਕਰ ਦਿੰਦਾ ਨਾ, ਬਿਮਾਰ ਚੰਗੇ ਹੋ ਜਾਂਦੇ ਆ। ਖੁਦਾ ਦੇ ਖਾਤੇ ਵਿੱਚ ਮੇਰਾ ਕੋਈ ਲੇਖਾ ਨਹੀਂ। ਬਿਮਾਰ ਤਾਂ ਡਾਕਟਰ ਵੀ ਚੰਗਾ ਕਰ ਦਿੰਦੇ ਆ। ਬਿਮਾਰ ਤਾਂ ਜਗ੍ਹਾ ਤੇ ਵੀ ਸੁਖਣਾ ਸੁਖ ਲੋ ਚੰਗੇ ਹੋ ਜਾਂਦੇ ਆ। ਬਿਮਾਰ ਤਾਂ ਦੁਸ਼ਟ ਆਤਮਾ ਵੀ ਕੀ ਕਰੀ ਜਾਂਦੇ ਆ? ਚੰਗੇ ਕਰੀ ਜਾਂਦੇ ਆ। ਮੈਂ ਕਿਹੜਾ ਚਿੰਨ੍ਹ ਦਿਖਾਉਣਾ ਆ? ਮੇਰਾ ਜੀਵਨ ਬਦਲ ਗਿਆ। हालेलुया ਹਾਲੇਲੂਇਆ। ਕੀ ਚਿੰਨ੍ਹ ਹੋਣਾ ਬਈ? मेरा जीवन बदल गया। ਚੇਲਿਆਂ ਨੂੰ ਉੱਤੇ ਜਦ ਚੇਲਿਆਂ ਨੇ ਉਹਦੇ ਤੇ ਨੇਚਾ ਕਰ ਲਈ, ਚੇਲਿਆਂ ਨੇ ਨੇਚਾ ਕਰ ਲਈ। ਚੇਲੇ ਵੀ ਉਸ ਟਾਈਮ ਕਿਹੜੇ ਸਿਸਟਮ ਦੇ ਵਿੱਚ ਸੀਗੇ? ਪਰਾਇਆਂ ਦੇ ਸਿਸਟਮ 'ਚ ਸੀਗੇ ਨਾ। ਦੂਸਰੇ ਸ਼ਬਦਾਂ 'ਚ ਕਿਹਾ ਜਾਵੇ ਤੇ ਕੋਈ ਗਲਤ ਨਹੀਂ ਕਿ ਉਹ ਵੀ ਸਮਝ ਲਓ ਇੱਕ ਗੈਰ ਕੌਮ ਟਾਈਪ ਤੇ ਸੀਗੇ ਉਹਦੇ ਸਾਹਮਣੇ। ਹਾਲੇਲੂਇਆ। ਸੋ ਚੇਲਿਆਂ ਨੇ ਉਹਦੇ ਤੇ ਪ੍ਰਗਟ ਕੀਤਾ। ਚੇਲੇ ਉਹ ਕਹਾਏ ਬਾਅਦ ਵਿੱਚ, ਜਦੋਂ ਉਹਨਾਂ ਨੇ ਮਸੀਹ ਨੂੰ ਕਬੂਲ ਕੀਤਾ ਫੇਰ ਹੀ ਚੇਲੇ ਕਹਾਏ। ਸਾਡੇ 'ਚ ਵੀ ਤਾਂ ਹੁਣ ਸਾਰੇ ਲੋਕਾਂ ਨੂੰ ਕੀ ਬਣਾਓ? ਕਿਹਾ ਆ? ਚੇਲੇ ਬਣਾਓ। ਇਹ ਬਾਨੇ ਕਿੱਦਾਂ ਆ?
ਨਿਸ਼ਾਨਾਂ ਦੇ ਨਾਲ, ਜਿਹੜੇ ਦੁਨੀਆ ਦਿਖਾਉਂਦੀ ਉਸ ਨਿਸ਼ਾਨਾਂ ਦੇ ਨਾਲ ਨਹੀਂ, ਜਿਹੜਾ ਸ਼ੈਤਾਨ ਦੂਸਰੇ ਯਿਸੂ ਨੂੰ ਲੈ ਕੇ ਲੋਕਾਂ ਨੂੰ ਚਕਾ ਰਿਹਾ ਉਹਦੇ ਦੁਆਰਾ ਨਹੀਂ, ਬਦਲਿਆ ਹੋਇਆ ਜੀਵਨ ਦਿਖਾ। ਹਾਲੇਲੂਇਆ। ਕੀ ਕਰਨਾ ਪੈਣਾ ਵੀ? ਬਦਲਿਆ ਹੋਇਆ ਜੀਵਨ ਦਿਖਾਉਣਾ ਪੈਣਾ ਆ। ਸੋ ਜੀਵਨ ਦੀਆਂ ਕਿਰਿਆ ਬਦਲੀਆਂ ਹੋਈਆਂ ਲੋਕਾਂ ਨੂੰ ਨਜ਼ਰ ਆਉਣੀਆਂ ਆ, ਚੇਂਜ ਚਾਲ ਚੱਲਣ ਚ ਨਜ਼ਰ ਆਉਣਾ ਆ, ਆਊਗਾ ਤੇ ਤੇਜ ਪ੍ਰਗਟ ਹੋ ਜਾਊਗਾ। ਹਾਲੇਲੂਇਆ। ਹਾਲੇਲੂਇਆ। ਤੇਜ ਪ੍ਰਗਟ ਹੋਊਗਾ ਵੀ। ਜੇ ਮੈਂ ਚਾਹੁੰਦਾ ਆ ਕਿ ਬੈਂਗਨੀ ਰੰਗ ਮੇਰੇ ਵਿੱਚ ਆ ਜਾਏ ਤੇ ਮੈਂ ਬਿਮਾਰ ਚੰਗਾ ਹੋਣ ਦੀ, ਮੇਰੀ ਬਿਮਾਰੀ ਚੰਗੀ ਹੋ ਗਈ, ਮੇਰਾ ਘਰ ਬਣ ਗਿਆ, ਮੇਰਾ ਵੀਜ਼ਾ ਲੱਗ ਗਿਆ, ਇਹ ਗਵਾਹੀ ਦੇਣ ਦੇਣਾ ਪ੍ਰੋਗਰਾਮ ਬਣਨ ਵਾਲਾ ਨਹੀਂ। ਮੇਰਾ ਚਾਲ ਚੱਲਣ ਠੀਕ ਹੋ ਗਿਆ, ਇਹ ਗਵਾਹ ਬਣਨਾ। ਹਾਲੇਲੂਇਆ। ਇਸ ਲਈ ਧਿਆਨ ਕਰਨਾ, ਤੇਜ ਪ੍ਰਗਟ ਹੋਣਾ ਹੈ। ਹੁਣ ਸਾਡੇ ਤੇ ਗੱਲ ਆ ਗਈ ਨਾ ਜ਼ਿੰਮੇਵਾਰੀ। ਯਿਸੂ ਮਸੀਹ ਨੇ ਆਪਣਾ ਤੇਜ ਕੀ ਕਰਤਾ? ਪ੍ਰਗਟ ਕਰ ਦਿੱਤਾ। ਹੁਣ ਕਿਹਨੇ ਕਰਨਾ? ਅਸੀਂ ਕਰਨਾ। ਹਾਲੇਲੂਇਆ। ਕਿਉਂਕਿ ਅਸੀਂ ਕਰਨਾ ਹੈ ਕਿ ਕਿੱਦਾਂ ਕਰੀਏ? ਪ੍ਰਭੂ ਕਹਿੰਦਾ ਫਿਕਰ ਨਾ ਕਰੋ, ਤੇਰੇ ਅੰਦਰ ਮੈਂ ਵਚਨ ਦਾ ਬੀਜ ਸਿਰਤਾ ਹੀ, ਇਹਨੇ ਜਲਾਲ ਜ਼ਾਹਰ ਕਰਨਾ ਹੀ। ਇਹਦੇ ਹਵਾਲੇ ਆਪਣੇ ਆਪ ਨੂੰ ਕੀ ਕਰਦੀ? ਤੇਰੇ ਅੰਦਰ ਪਵਿੱਤਰ ਆਤਮਾ ਦੇਤਾ, ਉਹਦੀ ਅਗਵਾਈ 'ਚ ਚੱਲਣਾ ਸ਼ੁਰੂ ਕਰਦੇ। ਹਾਲੇਲੂਇਆ। ਤੇ ਕੀ ਹੋ ਜਾਊਗਾ? ਤੇਜ ਪ੍ਰਗਟ ਹੋ ਜਾਊਗਾ। ਹਾਂ, ਤੇਜ ਦਿਖਾ ਕੇ ਆਪਣੀ ਮਹਿਮਾ ਪ੍ਰਗਟ ਕੀਤੀ। ਉਸ ਟਾਈਮ ਬੋਲਿਓ ਮੈਨੂੰ, ਮੇਰੇ ਖਿਆਲ ਤੋਂ ਖਾ ਦਿੰਦਾ ਟਾਈਮ ਦੱਸੋ ਕੋਈ। ਹਾਂਜੀ ਹਾਂ ਠੀਕ ਹੈ, ਪੜੋ ਬਈ। ਰਸੂਲਾਂ ਦੀ ਕਿਤਾਬ 7 ਦੇ ਅਧਿਆਇ 55 ਹੈ। ਇਹਦਾ ਮੂੰਹ ਮੇਰੇ ਵੱਲ ਘੁਮਾ ਦਿਓ, ਮੈਨੂੰ ਦਿਖਾ ਦਿਓ, ਆਪਣੇ ਆਪ ਚੱਕ ਲੈਣਾ। ਪਰ ਉਹਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਆਕਾਸ਼ ਦੀ ਵੱਲ ਨਜ਼ਰ ਲਾਈ ਹੋਈ ਪਰਮੇਸ਼ਵਰ ਦਾ ਤੇਜ ਅਤੇ ਯਿਸੂ ਨੂੰ ਪਰਮੇਸ਼ਵਰ ਦੇ ਸੱਜੇ ਹੱਥ ਖੜਾ ਵੇਖਿਆ। ਹਾਂ, ਜ਼ਿੰਮੇਵਾਰੀ ਹੁਣ ਆਪਣੇ ਵੱਲੋਂ ਆ ਰਹੀ ਹੈ ਨਾ ਇਤਾਂ ਵਿੱਚ। ਇੱਕ ਤਾਂ ਤੇ ਆਪਾਂ ਪਰਮੇਸ਼ਵਰ ਦੇ ਜਲਾਲ ਨੂੰ ਦੇਖ ਰਹੇ ਨਾ, ਹੁਣ ਉਹ ਸਾਡੇ ਵਿੱਚ ਕਿੱਦਾਂ ਐਂਟਰੀ ਕਰ ਰਿਹਾ ਆ, ਇਹਨੂੰ ਦੇਖ ਰਹੇ ਆ। ਹਾਲੇਲੂਇਆ। ਉਹਦੇ ਚ ਹੁਣ ਸਾਨੂੰ ਕੀ ਸਿੱਖਣ ਨੂੰ ਮਿਲ ਰਿਹਾ ਆ? ਅਸੀਂ ਆਪਣਾ ਬਦਲਿਆ ਹੋਇਆ ਜੀਵਨ ਕੀ ਕਰ ਦਈਏ? ਦਿਖਾ ਦਈਏ। ਦੂਸਰਾ ਹੁਣ ਇੱਥੇ ਕੀ ਹੋ ਗਿਆ ਆ? ਜਦੋਂ ਇਸਤਫਾਨ ਸੱਚਾਈ ਬੋਲਣ ਲੱਗਾ ਤੇ ਉਹਨੂੰ ਕੀ ਵਜੇ? ਪੱਥਰ। ਹਾਲੇਲੂਇਆ। ਇਹਦਾ ਮਤਲਬ ਤੇਰੇ ਅੰਦਰ ਇਹ ਜਿਹੜੇ ਵਸਤਰ ਤਿਆਰ ਹੋਣੇ ਨਾ, ਕਿਸੇ ਮਸ਼ੀਨ ਦੀ ਸੂਈ ਦੇ ਨਾਲ ਨਹੀਂ ਤਿਆਰ ਹੋ ਰਹੇ। ਮਹਿਮਾ ਦੇ ਵਸਤਰ ਕਾਹਦੇ ਨਾਲ ਹੋ ਰਹੇ ਆ? ਪੱਥਰਾਂ ਨਾਲ। ਕਾਹਦੇ ਨਾਲ ਹੈ ਬਈ? ਪੱਥਰਾਂ ਨਾਲ ਤਿਆਰ ਹੋ ਰਹੇ। ਹਾਲੇਲੂਇਆ। ਪੱਥਰ ਬਹੂਗਾ, ਲਹੂ ਬਹੂਗਾ, ਔਰ ਤੇਰਾ ਮੂੰਹ ਇਹ ਕਹੂਗਾ ਪਿਤਾ ਇਹਨਾਂ ਨੂੰ ਮਾਫ ਕਰ। ਹਾਲੇਲੂਇਆ। ਫਿਰ ਉਹ ਕਪੜਾ ਅੱਗੇ ਖਿੱਚ ਹੋਣਾ ਹੀ ਮਸ਼ੀਨ ਚੋਂ। ਹਾਲੇਲੂਇਆ। ਫਿਰ ਬੈਂਗਨੀ ਕਲਰ ਜਿਹੜਾ ਨਾ ਕੱਪੜਾ ਆ, ਉਹ ਮੀਟਰ ਕ ਬਾਹਰ ਆਉਣਾ ਹੀ ਮਸ਼ੀਨ ਚੋਂ। ਦੇਖਦੇ ਨਾ ਕਿਦਾਂ ਉਹ ਪੂਰੇ ਗਾਮ ਨਿਕਲਿਆ ਹੁੰਦਾ ਰੋਲ ਤੇ। ਹਾਲੇਲੂਇਆ। ਸੇ ਕੰਮ ਆ। ਪਹਿਲਾ ਕੰਮ ਕੀ ਆ? ਬਦਲਿਆ ਹੈ ਜੀਵਨ ਦਿਓ, ਮੀਟਰ ਕ ਬਾਹਰ ਆ ਜਾਊਗਾ। ਫਿਰ ਕੀ ਖਾ ਲਓ? ਸੱਚਾਈ ਦੀ ਖਾਤਰ ਕੀ ਖਾ ਲਓ? ਪੱਥਰ ਖਾ ਲਓ, ਮੀਟਰ ਕੋ ਹੋਰ ਬਾਹਰ ਆ ਜਾਣਾ। ਤੇ ਜਿੰਨਾ ਮੀਟਰ ਤੈਨੂੰ ਲੱਗਣਾ ਹੈ ਖੁਦਾ ਨੂੰ ਪਤਾ ਹੈ। ਹਾਲੇਲੂਇਆ। ਹਾਲੇਲੂਇਆ। ਸੋ ਇਹ ਖਾਣੇ ਪੈਣੇ। ਇੱਥੇ ਖਾ ਖਾ ਕੇ ਆਪਾਂ ਖੁਸ਼ ਹੋ ਕੇ ਸੁਣਦੇ ਆ। ਜਦੋਂ ਕੋਈ ਮਾਰਦਾ ਨਾ ਫਿਰ ਮੂੰਹ ਵਿੰਗੇ ਚਿੱਬੇ ਹੁੰਦੇ। ਹਾਲੇਲੂਇਆ। ਆਪਾਂ ਨੂੰ ਤਾਂ ਗੱਲਾਂ ਦਾ ਪੱਥਰ ਹੀ ਨਹੀਂ ਬਰਦਾਸ਼ਤ ਹੁੰਦਾ, ਤੇ ਪੱਥਰਾਂ ਵਾਲਾ ਪੱਥਰ ਕਿੱਥੋਂ ਆਊ? ਤੇ ਇਹ ਤਾਂ ਹਰ ਤਰ੍ਹਾਂ ਦੇ ਪੱਥਰ ਕੀ ਹੋਣੇ ਪੈਣੇ ਆ? ਖਾਣੇ ਹੀ ਪੈਣੇ ਆ। ਹਾਲੇਲੂਇਆ। ਆ ਜਾ। ਦੁਬਾਰਾ ਪੜੋ ਵਚਨ। ਪਰ ਉਹਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਹਾਂ। ਆਕਾਸ਼ ਦੀ ਵੱਲ ਨਜ਼ਰ ਲਾਈ ਹੋਈ। ਹਾਂ, ਪੱਥਰ ਲੋਕੀ ਮਾਰ ਰਹੇ ਆ, ਲੋਕਾਂ ਵੱਲ ਨਜ਼ਰ ਨਹੀਂ ਮਾਰ ਰਿਹਾ ਵੀ ਕਿਹੜਾ ਅੱਖ ਤੇ ਮਾਰਦਾ, ਕਿਹੜਾ ਨੱਕ ਤੇ ਮਾਰਦਾ, ਕਿਹੜਾ ਕੰਨ ਤੇ ਮਾਰਦਾ, ਕਿਹੜਾ ਦਿਲ ਤੇ ਮਾਰਦਾ। ਹਾਲੇਲੂਇਆ। ਉਹ ਪੱਥਰਾਂ ਦੀ ਤਾਂ ਬਾਰਿਸ਼ ਹੋ ਰਹੀ ਆ।
ਤੋ ਕਹਿੰਦਾ ਇੱਧਰ ਹੁਣ ਇਹਨਾਂ ਨੂੰ ਕੀ ਦੇਖਣਾ ਆ, ਆਪਾਂ ਕਿੱਧਰੋਂ ਦੇਖਦੇ ਆ। ਹਾਂ ਹੁਣ ਮੈਨੂੰ ਇਹਨਾਂ ਦੇ ਕਈਆਂ ਦਾ ਨਾਮ ਵੀ ਨਹੀਂ ਪਤਾ, ਕਿਸੇ ਦੇ ਚਿਹਰੇ ਤੋਂ ਵੀ ਵਾਕਫ ਨਹੀਂ ਗਾ, ਇਸ ਲਈ ਮੈਂ ਇਕੱਠਾ ਹੀ ਕਹਿ ਦੇਣਾ, ਪਿਤਾ ਇਹਨਾਂ ਨੂੰ ਕੀ ਕਰਦੇ, ਮਾਫ ਕਰ। ਹਾਲੇਲੂਇਆ, ਹਾਲੇਲੂਇਆ। स्तुति हो, स्तुति। सो पत्थर खा के लिखो, पत्थर खा के महिमा प्रगट होगी। वचन एक बार होर पढ़ना पैना, यही थोड़ा चबा के जाना। पर ਉਹਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਕਾਹਦੇ ਨਾਲ ਭਰਪੂਰ ਹੋ ਕੇ ਬਈ, ਆਤਮਾ ਦੇ ਨਾਲ ਭਰਪੂਰ ਹੋ ਕੇ, ਪਵਿੱਤਰ ਆਤਮਾ ਦੇ ਨਾਲ ਭਰਪੂਰ ਹੋ ਕੇ, ਹਾਂ ਆਕਾਸ਼ ਦੀ ਵੱਲ ਨਜ਼ਰ ਲਾਈ ਹੋਈ। ਨਜ਼ਰ ਕਿਹਦੇ ਲਈ ਰੱਖਣੀ ਆ, ਆਕਾਸ਼। ਹਾਂ, ਆਤਮਾ ਨਾਲ ਭਰਪੂਰ ਹੋ ਕੇ। ਜੇ ਨਜ਼ਰ ਆਪਾਂ ਸੰਸਾਰ ਤੇ ਰੱਖਾਂਗੇ ਤੇ ਪ੍ਰੋਗਰਾਮ ਜ਼ਿਆਦਾ ਹੀ ਖਰਾਬ ਹੋ ਜਾਂਦਾ। ਕਈ ਵਾਰ ਕਹਿੰਦੇ ਯਾਰ ਇਹ ਤਾਂ ਆਤਮਾ ਦੀ ਭਰਪੂਰੀ ਪਾ ਕੇ ਗਿਆ ਸੀਗਾ, ਤੇ ਨਜ਼ਰ ਕਿੱਥੇ ਲਾ ਲਈ ਸੀ ਉਹਨੇ, ਸਾਰਾ ਗੁੱਸਾ ਘਰ ਵਾਲੀ ਤੇ ਕੱਢਦਾ। ਘਰ ਵਾਲੀ ਵੀ ਹੈਰਾਨ, ਉੱਥੇ ਤਾਂ ਭਰਪੂਰੀ ਪੂਰੀ ਸੀ, ਇੱਥੇ ਕੀ ਹੋਇਆ। ਹਾਲੇਲੂਇਆ। ਕਿਉਂਕਿ ਭਰਪੂਰੀ ਦਾ ਪਾ ਲਈ, ਤੇ ਭਰਪੂਰੀ ਕਹਿੰਦੀ ਹੈ ਕਿੱਧਰ ਨੂੰ ਤੱਕ, ਯਹੋਵਾ ਵੱਲ ਤੱਕ। ਤੇ ਤੱਕ ਕਿੱਧਰ ਲਿਆ, ਸੰਸਾਰ ਵੱਲ। ਸੰਸਾਰ ਨੇ ਮੂਡ ਕੀ ਕਰਤਾ, ਖਰਾਬ ਕਰਤਾ। ਹਾਲੇਲੂਇਆ। ਕਿਉਂਕਿ ਸੰਸਾਰ ਵੱਲ ਤੱਕੋਗੇ, ਪੱਥਰ ਸਾਰਿਆਂ ਕੋਲ ਹੀ ਆ। ਆਤਮਾ ਦੀ ਭਰਪੂਰੀ ਦੇ ਵਿੱਚ ਹੋ ਕੇ ਸੰਸਾਰ ਵੱਲ ਤੱਕੋਗੇ, ਪੱਥਰ ਸਾਰਿਆਂ ਦੇ ਕੋਲ ਹੀ, ਹੱਥ 'ਚ। ਤੱਕਣਾ ਕਿਹਦੇ ਵੱਲ ਨੂੰ ਆ, ਜੇ ਪੱਥਰ ਸਹਿਣਾ ਚਾਹੁੰਦੇ ਆ, ਤੱਕਣਾ ਖੁਦਾ ਵੱਲ ਨੂੰ। ਜੇ ਮਹਿਮਾ ਗਵਾਉਣੀ ਚਾਹੁੰਦੇ ਆ, ਜਿਹੜੀ ਭਰਪੂਰੀ ਆਈ ਉਹ ਤੁਹਾਨੂੰ ਮਹਿਮਾ ਦਿਵਾਉਣ ਲਈ ਆਈ ਆ। ਜੇ ਗਵਾਉਣੀ ਚਾਹੁੰਦੇ ਆ ਤੇ ਕਿਹਦੇ ਵੱਲ ਨੂੰ ਤੱਕ ਲਓ, ਸੰਸਾਰ ਵੱਲ। ਦੇਖੋ ਨਾ ਭਰਪੂਰੀ ਪਾ ਕੇ ਕਈ ਵਾਰੀ ਸਾਡਾ ਜੀਵਨ ਕਿੱਦਾਂ ਦਾ, ਬੰਦਗੀ 'ਚ ਭਰਪੂਰੀ ਪਾਈ ਦੇ, ਤੇਰੇ ਦੀ ਭਰਪੂਰੀ ਪਾਈ ਦੇ, ਤੇਰੇ ਦੀ ਰੋਏ ਟੁੱਟੇ ਭਰਪੂਰ ਹੋ ਗਏ। ਰੋਕਣ ਦੀ ਬਿਨਾਂ ਕੋਈ ਹੱਥ ਲਾ ਕੇ ਰੋਕਿਆ, ਰੁਕ ਜਾ ਭਾਈ, ਰੁਕ ਜਾ ਭੈਣ, ਬੱਚਾ ਸੁਣੀਏ। ਭਰਪੂਰੀ ਇੰਨੀ ਤਕੜੀ ਆਈ, ਤੇ ਜਿੱਦਾਂ ਘਰ ਗਏ ਐਡੀ ਤਕੜੀ ਭਰਪੂਰੀ ਵਿੱਚ ਹੀ ਫੋਨ ਖੋਲ ਲਿਆ, ਤੇ ਫੋਨ ਰਾਤ ਨੂੰ 12 ਵਜੇ ਤੱਕ ਬੰਦ ਹੀ ਨਹੀਂ ਹੋਇਆ। ਹਾਲੇਲੂਇਆ, ਹਾਲੇਲੂਇਆ। ਕਿਉਂਕਿ ਸ਼ਮਸ਼ੂਨ ਭਰਪੂਰੀ ਦੇ ਨਾਲ ਜਦੋਂ ਦਲੀਲਾ ਦੀ ਗੋਦ 'ਚ ਬਹਿ ਜਾਊਗਾ ਭਰਪੂਰ ਹੋ ਕੇ, ਤੇ ਲਟਾਂ ਆਪਣੇ ਆਪ ਹੀ ਘੱਟ ਹੋ ਜਾਣੀਆਂ। ਮੇਰਾ ਕਿ ਮੇਰੀਆਂ ਗੱਲਾਂ ਨਹੀਂ ਸਮਝ ਆਉਣੀਆਂ, ਤੇ ਕੋਈ ਗੱਲ ਨਹੀਂ, ਦੁਬਾਰਾ ਸੁਣ ਲਿਓ ਬਚਨ, ਫਿਰ ਪਤਾ ਲੱਗ ਜੂ। ਹਾਲੇਲੂਇਆ। ਭਰਪੂਰ ਹੋ ਕੇ ਸੰਸਾਰ ਵੱਲ ਨਹੀਂ ਦੇਖਣਾ, ਸੰਸਾਰ ਦੀ ਗੋਦ ਵਿੱਚ ਬਹਿਣਾ ਨਹੀਂ। ਕਿਉਂਕਿ ਤੈਨੂੰ ਭਰਪੂਰ ਇਸ ਲਈ ਕੀਤਾ ਆ ਕਿ ਖੁਦਾ ਕੋਈ ਆਪਣਾ ਕੰਮ ਕਰਨਾ ਚਾਹੁੰਦਾ। ਖੁਦਾ ਜਿਹੜੇ ਵੈਰੀ ਆ ਉਹਨਾਂ ਤੇ ਆਪਣੇ ਜਲਾਲ ਨੂੰ ਜ਼ਾਹਰ ਕਰਨਾ ਚਾਹੁੰਦਾ। ਵੈਰੀਆਂ ਤੇ ਤੇਰਾ ਦਬਕਾ ਬਣਾਉਣਾ ਚਾਹੁੰਦਾ ਆ। ਹਾਲੇਲੂਇਆ, ਹਾਲੇਲੂਇਆ। ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਕਰਨਾ ਚਾਹੁੰਦਾ ਆ। ਪਰ ਜਦੋਂ ਤੂੰ ਭਰਪੂਰੀ ਦੇ ਵਿੱਚ ਸੰਸਾਰ ਨੂੰ ਦੇਖੂਗਾ, ਵੈਰੀ ਨੂੰ ਦੇਖੂਗਾ, ਤੇ ਫਿਰ ਤੇਰੇ ਅੰਦਰ ਵੀ ਵੈਰ ਦੀ ਭਾਵਨਾ ਹੀ ਆ ਜਾਣੀ ਹੈ। ਪ੍ਰੋਗਰਾਮ ਇੱਥੇ ਕਨਫਿਊਜ਼ਨ ਅੱਜ ਕੱਲ ਦੁਨੀਆ 'ਚ ਇਹੀ ਚੱਲਣ ਦੀ ਕਲੀਸਿਆਵਾਂ ਵਿੱਚ। ਆਪ ਹੀ ਅਸੀਂ ਇੱਕ ਦੂਸਰੇ ਨੂੰ ਦੇਖ ਕੇ ਹੈਰਾਨ ਹੋ ਜੀ, ਯਾਰ ਉੱਥੇ ਤਾਂ ਰੋ ਕੇ ਗਵਾਹੀ ਦੇ ਰਿਹਾ ਸੀ, ਉੱਥੇ ਤਾਂ ਬਹੁਤ ਕੁਝ ਕਰ ਰਿਹਾ ਸੀ। ਹਾਲੇਲੂਇਆ। ਪਰ ਬਾਹਰ ਆ ਕੇ ਕੁਝ ਹੁੰਦਾ ਨਹੀਂ, ਕਿਉਂਕਿ ਉੱਥੇ ਜੋ ਤੇਰੇ 'ਚ ਭਰਿਆ ਆ, ਤੇ ਉਹ ਇਸ ਲਈ ਭਰਿਆ ਹੈ ਕਿ ਜਿਹਨੇ ਤੈਨੂੰ ਭਰਿਆ ਨਾ, ਉਹਦੇ ਵੱਲ ਦੇਖਦਾ ਰਹਿ। ਹਾਲੇਲੂਇਆ। ਉਹ ਤੈਨੂੰ ਇਹਨਾਂ ਲੋਕਾਂ ਵਿੱਚ ਜੀਣਾ, ਰਹਿਣਾ, ਬਹਿਣਾ, ਉੱਠਣਾ ਸਿਖਾ ਦੂਗਾ। ਹਾਲੇਲੂਇਆ। ਆਓ ਹੁਣ ਇੱਥੇ ਸਾਡੇ ਤੇ ਜ਼ਿੰਮੇਵਾਰੀ ਕੀ ਆ ਗਈ ਆ, ਮਹਿਮਾ ਨੂੰ ਪ੍ਰਾਪਤ ਕਰਨਾ ਆ, ਤੇ ਪੱਥਰਾਂ ਨੂੰ ਕੀ ਕਰਨਾ ਪੈਣਾ ਹੈ, ਸਹਿਣਾ ਪੈਣਾ। ਬੈਂਗਣੀ ਰੰਗ ਪਾਉਣਾ ਆ, ਤੇ ਪੱਥਰ ਸਹਿਣੇ। ਹਾਲੇਲੂਇਆ। ਬੈਂਗਣੀ ਰੰਗ ਪਾਉਣਾ ਆ, ਤੇ ਦੂਸਰਾ ਪਹਿਲਾ ਕੀ ਸੀਗਾ, ਪੱਥਰ ਖਾਣੇ ਆ, ਔਰ ਦੂਸਰਾ ਦੁਨੀਆ ਵੱਲ ਦੇਖਣਾ ਨਹੀਂ। ਆ ਜਾਓ ਰੋਮੀਓ ਪਹਿਲਾ ਅਧਿਆਇ ਉਹਦੀ 23 ਐਤ। ਰੋਮੀਓ 1 ਅਧਿਆਇ ਉਹਦੀ 23 ਆਇਤ। ਅਤੇ ਅਬਨਾਸ਼ੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਨਾਸ਼ਵਾਨ ਮਨੁੱਖ ਅਤੇ ਪੰਛੀਆਂ ਅਤੇ ਛੁਪਾਇਆ ਅਤੇ ਖਿਸਰਨ ਵਾਲੇ ਜੀਵ ਜੰਤ ਦੇ ਰੂਪ ਦੀ ਮੂਰਤ ਨਾਲ ਵਟਾ ਦਿੱਤਾ ਹੈ ਇੱਥੇ। ਹਾਲੇਲੂਇਆ।
ਅੱਜ ਕਲੀਸਿਆਵਾਂ ਦੇ ਵਿੱਚ ਕੀ ਹੋ ਰਿਹਾ ਆ? ਖੁਦਾ ਆਪਣਾ ਜਲਾਲ ਉਹਨਾਂ 'ਚ ਜ਼ਾਹਰ ਕਰ ਰਿਹਾ ਆ, ਆਪਣੇ ਜਲਾਲ ਨੂੰ ਭਰ ਰਿਹਾ ਆ ਤਾਂ ਕਿ ਉਹਦੇ ਨਾਲ ਆਪਣਾ ਸੰਬੰਧ ਪੂਰਾ ਕਾਇਮ ਰੱਖ ਸਕਣ। ਪਰ ਅੱਜ ਜਿਹੜੀਆਂ ਇਹਨਾਂ ਦੇ ਮਨ ਦੀਆਂ ਅਭਿਲਾਸ਼ਾਂ ਹੈ ਨਾ, ਉਹ ਹੀ ਖੁਦਾ ਦੇ ਜਲਾਲ ਨੂੰ ਕਿਹਦੇ ਵਿੱਚ ਕਨਵਰਟ ਕਰਦੀਆਂ ਜਾ ਰਹੀਆਂ? ਜੀਵ ਜੰਤੂ। ਉਦਾਂ ਦਾ ਹੀ ਫਿਰ ਇਹਨਾਂ ਦਾ ਸੁਭਾਅ ਹੋ ਜਾਂਦਾ। ਉਦਾਂ ਦੇ ਜਿੱਦਾਂ ਦੇ ਜੰਤੂ ਨੂੰ ਤੁਸੀਂ ਆਪਣੇ ਜੀਵਨ 'ਚ ਰੱਖੋਗੇ, ਆਪਣੇ ਸੁਭਾਅ 'ਚ ਰੱਖੋਗੇ, ਉਦਾਂ ਦਾ ਤੁਹਾਡਾ ਚਾਲ ਚੱਲਣ ਹੋ ਜਾਣਾ। ਹਾਲੇਲੂਇਆ। ਉਦਾਂ ਦਾ ਹੀ ਹੋ ਜਾਣਾ। ਸੋ ਇਸ ਲਈ ਅਸੀਂ ਕਿਹਨੂੰ ਆਪਣੇ ਮਨ ਵਿੱਚ ਰੱਖਣਾ ਆ? ਯਿਸੂ ਮਸੀਹ ਨੂੰ, ਵਚਨ ਨੂੰ ਆਪਣੇ ਮਨ 'ਚ ਰੱਖਣਾ। ਵਚਨ ਹੀ ਸਾਡੇ 'ਚ ਮਸੀਹ ਦਾ ਰੂਪ ਬਣਾ ਦੂਗਾ। ਸੰਸਾਰ ਦੀਆਂ ਗੱਲਾਂ, ਖੁਦੀ ਦੀਆਂ ਗੱਲਾਂ, ਖੁਦੀ ਦੀ ਮੌਤ, ਖੁਦੀ ਦੇ ਕੁਝ ਵੀ ਕੰਮ ਆਪਣੇ ਅੰਦਰ ਰੱਖੋਗੇ ਤੇ ਉਹੋ ਹੀ ਤੁਹਾਡੇ ਚਾਲ ਚੱਲਣ ਦੇ ਵਿੱਚ ਪ੍ਰਭਾਵ ਪਾਉਣਗੇ। ਹਾਲੇਲੂਇਆ। ਤੁਸੀਂ ਇੱਕ ਵਚਨ ਹੋਰ ਪੜ੍ਹ ਕੇ ਪ੍ਰਾਰਥਨਾ ਕਰਦੇ ਹਾਂ। ਪਰਮੇਸ਼ਵਰ ਦੀ ਮਹਿਮਾ ਨੂੰ ਬਦਲ ਦਿੱਤਾ। ਇਦਾਂ ਲਿਖੋ। ਰੋਮੀਓ 3 ਅਧਿਆਇ ਉਹਦੀ 23 ਐਤ। ਕਿਉਂਕਿ ਸਭਨਾ ਨੇ ਪਾਪ ਕੀਤਾ ਹਾਂ। ਅਤੇ ਪਰਮੇਸ਼ਵਰ ਦੇ ਪ੍ਰਤਾਪ ਤੋਂ ਰਹਿ ਗਏ ਹਨ। ਹਾਂ, ਹਾਲੇਲੂਇਆ। ਅੱਛਾ, ਜੇ ਪ੍ਰਤਾਪ ਤੋਂ ਕੋਈ ਰਹਿ ਜਾਂਦਾ ਆ ਤੇ ਉਹਦਾ ਕਾਰਨ ਕੀ ਆ? ਸਭਨਾਂ ਨੇ ਕੀ ਕੀਤਾ? ਪਾਪ ਕੀਤਾ। ਹਾਂ, ਪਾਪ ਹੈ ਹੈਨਾ। ਪਾਪ ਆ ਉਹ ਕਾਰਨ ਜਿਹਦੇ ਕਾਰਨ ਅਸੀਂ ਪ੍ਰਤਾਪ ਤੋਂ ਕੀ ਹੋ ਸਕਦੇ ਹਾਂ? ਰਹਿ ਸਕਦੇ ਹਾਂ, ਰਹਿਤ ਹੋ ਸਕਦੇ ਹਾਂ। ਸੋ ਇਹ ਨਾ ਗੱਲ ਹੋਵੇ ਕੋਈ ਪਾਪ ਦੀ ਗੱਲ ਸਾਡੇ ਮਸੀਹ ਦੇ ਪ੍ਰਗਟ ਹੋਣ ਤੇ ਪਾਈ ਜਾਵੇ ਤੇ ਅਸੀਂ ਪ੍ਰਤਾਪ ਤੋਂ ਕੀ ਹੋ ਜਾਈਏ? ਰਹਿ ਜਾਈਏ। ਕਿਉਂਕਿ ਪਾਪ ਤੇ ਪ੍ਰਤਾਪ ਸ਼ਬਦ ਦੇ ਵਿੱਚ ਕੋਈ ਖਾਸ ਅੰਤਰ ਨਹੀਂ। ਹਾਲੇਲੂਇਆ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਭਾਜੀ ਇਸ ਗੱਲ ਤੇ ਕੋਈ ਕਵਿਤਾ ਹੀ ਲਿਖ ਦੇਣ, ਕਿਉਂਕਿ ਪਾਉਂਦੇ ਰਹਿੰਦੇ ਆ। ਹਾਲੇਲੂਇਆ। ਚੇਤਾ ਰੱਖਿਓ ਭਾਜੀ, ਪਾਪ ਤੇ ਪ੍ਰਤਾਪ ਦੇ ਵਿੱਚ ਕੋਈ ਖਾਸ ਅੰਤਰ, ਸ਼ਬਦ ਦੇ ਵਿੱਚ ਕੋਈ ਖਾਸ ਅੰਤਰ ਨਹੀਂ, ਪਰ ਇਹਦੀ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਕੀ ਹੈ ਭਲਾ? ਅੰਤਰ। ਹਾਲੇਲੂਇਆ। ਸੋ ਪਾਪ ਜਿਹੜਾ ਆ ਇਹ ਕੀ ਕਰਦਾ ਆ? ਪ੍ਰਤਾਪ ਤੋਂ ਵਾਂਝਿਆ ਕਰ ਦਿੰਦਾ ਹੈ। ਆਦਮ ਨੂੰ ਵੀ ਪਾਪ ਨੇ ਪ੍ਰਤਾਪ ਤੋਂ ਕੀ ਕੀਤਾ? ਪ੍ਰਤਾਪ ਦੇ ਵਸਤਰ ਕਿੱਦਾਂ ਲੱਥੇ ਉਹਦੇ ਤੋਂ? ਜਲਾਲ ਦੇ ਵਸਤਰ ਜਿਹੜਾ ਆਪਾਂ ਫੋਟੋ 'ਚ ਵੀ ਦਿਖਾਉਂਦੇ ਨੇ, ਉਹੀ ਪਾਉਣੇ ਨਾ, ਉਹੀ ਮਿਲਣੇ ਜਦੋਂ ਅਸੀਂ ਉਠਾਏ ਜਾਣਾ ਹੈ। ਉਹ ਕਦੋਂ ਲੱਥੇ? ਪਾਪ 'ਚ ਗਿਰ ਗਿਆ ਹਨਾ। ਪਾਪ ਵਿੱਚ ਪੈ ਗਿਆ ਤੇ ਵਸਤਰ ਆਪਣੇ ਆਪ ਹੀ ਕੀ ਹੋ ਗਏ? ਲੈ। ਹਾਲੇਲੂਇਆ। ਹਾਲੇਲੂਇਆ। ਇਹਦਾ ਮਤਲਬ ਸ਼ੈਤਾਨ ਨੇ ਉਹਦੇ ਵਸਤਰ ਨਹੀਂ ਆ ਕੇ ਲਾਏ। ਸ਼ੈਤਾਨ ਨੇ ਤੇ ਜਿਹੜਾ ਵਿਚਾਰ ਛੱਡਿਆ ਸੀ ਉਹਨੇ ਆਪਣੇ ਵਿੱਚ ਅਪਣਾ ਲਿਆ ਤੇ ਉਸ ਵਿਚਾਰ ਦੇ ਨਾਲ ਫਿਰ ਖੁਦਾ ਨੇ ਨਹੀਂ ਚਾਹਿਆ ਕਿ ਹੁਣ ਇਹਦੇ ਤੇ ਵਸਤਰ ਰਹਿਣ। ਹਾਲੇਲੂਇਆ। ਜੋ ਉਸ ਟਾਈਮ ਦੇ ਆਦਮ ਨੂੰ ਨਹੀਂ ਚਾਹਿਆ ਜਿਹੜਾ ਸੰਸਾਰਕ ਤੇ ਸਰੀਰਕ ਸੀਗਾ, ਤੇ ਇਸ ਟਾਈਮ ਦੇ ਆਦਮ ਨੂੰ ਜਿਹੜਾ ਕਲੀਸਿਆ ਵਿੱਚ ਆ ਤੇ ਆਤਮਿਕ ਆ, ਇਹਦੇ ਤੋਂ ਕਿੱਦਾਂ ਬਰਦਾਸ਼ਤ ਕਰ ਲਊਗਾ ਪਾਪ ਨੂੰ? ਕਿਉਂਕਿ ਪਾਪ ਸੰਸਾਰਕ ਦੇ ਵਿੱਚ ਵੀ ਰਹਿੰਦਾ ਆ ਤੇ ਪਾਪ ਆਤਮਿਕ ਦੇ ਵਿੱਚ ਵੀ ਰਹਿੰਦਾ ਆ। ਸੰਸਾਰਕ ਵਿੱਚ ਰਹਿਣ ਵਾਲੇ ਪਾਪ ਤੋਂ ਖਤਰਨਾਕ ਪਾਪ ਕਿਹੜਾ ਆ ਭਲਾ? ਆਤਮਿਕ ਦੇ ਵਿੱਚ ਜਿਹੜਾ ਰਹਿੰਦਾ, ਜਿਹੜਾ ਆਤਮਿਕ ਲੋਕਾਂ ਦੇ ਵਿੱਚ ਪਾਪ ਪਾਇਆ ਜਾਂਦਾ ਆ, ਆਦਮ ਵਾਲੇ ਪਾਪ ਨਾਲੋਂ ਕੀ ਆ? ਉਹ ਖਤਰਨਾਕ ਆ। ਹਾਲੇਲੂਇਆ। ਕਿਉਂਕਿ ਆਦਮ ਦੇ ਪਾਪ ਦਾ ਮਾਫੀ ਦੇ ਚਾਂਸ ਆ ਤੇ ਇਸੇ ਲਈ ਖੁਦਾ ਨੇ ਆਪਣੀ ਬਲੀ ਵੀ ਦੇ ਦਿੱਤੀ। ਪਰ ਜਿਹੜਾ ਕਲੀਸਿਆ 'ਚ ਆਇਆ ਹੋਇਆ ਆ, ਇਹ ਜੇਕਰ ਢੀਠ ਹੋ ਕੇ ਪਾਪ ਦੇ ਵਿੱਚ ਰਹੂਗਾ, ਇਹਦੇ ਲਈ ਹੋਰ ਕੋਈ ਬਲੀਦਾਨ ਬਾਕੀ ਨਹੀਂ। ਬੱਚਾ ਨਹੀਂ ਕਹਿੰਦਾ ਕੋਈ ਹੋਰ ਬਲੀ ਹੈਗੀ ਨਹੀਂ। ਇਸ ਲਈ ਧਿਆਨ ਕਰਨਾ ਹੈ। ਇਹ ਜਿਹੜਾ ਬੈਂਗਨੀ ਕਲਰ ਆ, ਇਹ ਸਾਡੇ ਵਿੱਚ ਇੱਕ ਈਸ਼ਵਰੀਏ ਮਹਿਮਾ ਨੂੰ ਪਾ ਦੇਣਾ ਚਾਹੁੰਦਾ ਆ। ਤੇ ਆਪਾਂ ਖੋਜ ਇਸੇ ਗੱਲ ਹੀ ਕਰਨੀ ਹੈ ਵੀ ਕਿਹੜੀ ਚੀਜ਼ ਹੈ ਸਾਡੇ 'ਚ ਜਿਹੜੀ ਈਸ਼ਵਰੀਏ ਮਹਿਮਾ ਨੂੰ ਚੁਰਾਉਂਦੀ ਆ, ਚੋਰੀ ਕਰਦੀ ਹੈ। ਕਿਹੜੀ ਚੀਜ਼ ਹੈ ਜਿਹੜੀ ਰੋਕਦੀ ਆ ਉਸ ਮਹਿਮਾ ਨੂੰ ਮੇਰੇ ਵਿੱਚ ਟਿਕਣ ਤੋਂ ਤੇ ਮੇਰੇ 'ਚ ਜੜ ਫੜਨ ਤੋਂ? ਉਹਨਾਂ ਚੀਜ਼ਾਂ ਨੂੰ ਆਪ ਹੀ ਫੜ ਕੇ ਕੀ ਕਰੋ? ਝਾੜੀਆਂ ਵਾਂਗੂ ਪੱਟੀ ਚੱਲੋ, ਤਾਂ ਕਿ ਨਿਖਰ ਕੇ ਕੱਲਾ ਜਲਾਲ ਹੀ ਜਲਾਲ ਨਜ਼ਰ ਆਵੇ। ਸਾਰੇ ਝੁਰਰੀ ਦਾਗ ਧੱਬੇ ਕੀ ਹੋ ਜਾਣ? ਦੂਰ ਹੋ ਜਾਣ। ਸੋ ਅੱਖਾਂ ਬੰਦ ਕਰੋ, ਪ੍ਰਾਰਥਨਾ ਕਰੋ।
ਖੁਦਾਵੰ ਖੁਦਾ ਤੇਰਾ ਸ਼ੁਕਰ ਤੇਰੀ ਤਾਰੀਫ ਕਰਦੇ ਹਾਂ, ਧੰਨਵਾਦ ਕਰਦੇ ਹਾਂ ਅੱਜ ਅੱਛੇ ਸਮੇਂ ਲਈ ਬੈਠ ਕੇ ਜਦੋਂ ਤੇਰੇ ਵਚਨ ਤੇ ਮਨਨ ਹੋਇਆ ਅਸੀਂ ਪਵਿੱਤਰ ਸਥਾਨ ਅਤੇ ਅਤੀ ਪਵਿੱਤਰ ਸਥਾਨ ਦੇ ਦਰਮਿਆਨ ਪਰਦੇ ਨੂੰ ਦੇਖ ਰਹੇ ਹਾਂ। ਪਰਦੇ 'ਚ ਸਾਡੇ ਲਈ ਕੀ ਜ਼ਿੰਮੇਵਾਰੀਆਂ ਹੈ, ਸਾਡੇ ਲਈ ਕੀ ਕੰਮ ਹੈ ਛੁਪੇ ਪਏ, ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਪ੍ਰਭੂ। ਔਰ ਮੈਂ ਪ੍ਰਾਰਥਨਾ ਕਰਦਾ ਖੁਦਾਵੰਦ ਸਾਨੂੰ ਵੀ ਇਸ ਪਰਦੇ ਦੇ ਸਾਹਮਣੇ ਖੜੇ ਹੋਣ ਦੇ ਲਾਇਕ ਕਰ ਖੁਦਾਵੰਦ, ਔਰ ਸਾਡੇ ਵਿੱਚ ਵੀ ਖੁਦਾਵੰਦ ਇਹ ਰੰਗ ਭਰਦੇ ਜਿਹੜੇ ਮਸੀਹ ਵਿੱਚ ਪਾਏ ਗਏ ਆ। ਵੱਡੀ ਕਿਰਪਾ ਕਰੋ ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ ਆਮੀਨ। ਹੁਣ ਸਾਡੇ ਖੁਦਾਵੰਦ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਬਖਸ਼ਿਸ਼ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਨਾਲ ਹੁੰਦੀ ਰਹੇ। ਆਮੀਨ। ਹਾਲੇਲੂਇਆ।